कौन? शाबाश, क्या बात है। ਤੁਸੀਂ ਇੱਕ ਚੀਜ਼ ਦੇਖੋ, ਪਹਿਲਾਂ ਤਾਂ ਇਹਦੇ ਨਾਮ ਤੇ ਕਲੈਪ ਮੈਂ ਕਰੂੰਗਾ, ਤੁਸੀਂ ਕਰੋ ਨਾ ਕਰੋ। ਦਿਸ ਇਜ਼ ਕਾਲਡ ਦ ਬਿਗੇਸਟ ਰੀਜ਼ਨ, ਕਿਉਂਕਿ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਜੇ ਕੌਨਫੀਡੈਂਸ ਨਹੀਂ ਆਪਾਂ ਜ਼ੀਰੋ ਆ, ਆਪਣੇ 'ਚ ਇਹ ਜ਼ਰੂਰਤ ਵੀ ਨਹੀਂ ਹੈਗੀ ਕਿ ਅਸੀਂ ਆਪਣਾ ਹੱਥ ਖੜਾ ਕਰਕੇ ਬੋਲ ਸਕੀਏ, ਤੁਸੀਂ ਸਭ ਤੋਂ ਵੱਡੀ ਗੱਲ ਹੈ। ਚੱਲ ਮਿੱਤਰਾ, ਜੋ ਦਿਲ ਕਰਦਾ ਉੱਚੀ ਬੋਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੀ ਆਫਲਾਈਨ ਕਲਾਸ ਤੇ ਮੇਰੀ ਆਨਲਾਈਨ YouTube ਦੀ ਮੇਰੀ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ, ਨਮਸਤੇ। ਅੱਜ ਦਾ ਜੋ ਮੈਂ ਕਲਾਸ ਇੱਥੇ ਪ੍ਰੋਵਾਈਡ ਕਰਨ ਲੱਗਿਆ ਤੇ ਉਸ ਦਾ ਨਾਮ ਹੈ ਆਈਐਲਸ ਰੀਡਿੰਗ। ਬਹੁਤ ਸਾਰੇ ਬੱਚੇ ਇੱਕ ਪ੍ਰੋਬਲਮ ਕ੍ਰੀਏਟ ਕਰਦੇ ਨੇ ਕਿ ਰਮਨ ਸਰ ਰੀਡਿੰਗ ਨਹੀਂ ਆਉਂਦੀ, ਪਤਾ ਨਹੀਂ ਸੋਲਵ ਹੋਏਗੀ, ਪਤਾ ਨਹੀਂ ਹੋਏਗੀ। ਆਪਾਂ ਇੱਕ ਕੰਮ ਕਰਦੇ ਹਾਂ, ਮੈਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪੜ੍ਹਾਊਂਗਾ, ਤੁਹਾਨੂੰ ਕਨਸੈਪਟ ਕਲੀਅਰ ਕਰਾਊਂਗਾ, ਪਰ ਜਦੋਂ ਮੇਰੇ ਪੜ੍ਹਾਉਣ ਤੋਂ ਬਾਅਦ ਐਟ ਦਾ ਐਂਡ ਕੀ ਤੁਸੀਂ ਆਪਣੇ ਰਿਵਿਊ ਮੈਨੂੰ ਦਿਓਗੇ? ਕੀ ਤੁਸੀਂ ਇਹ ਦੱਸੋਗੇ ਵੀ ਚੰਗਾ ਸੀ, ਮਾੜਾ ਸੀ, ਘਟੀਆ ਸੀ, ਵਧੀਆ ਸੀ, ਜੋ ਵੀ ਵਾਟਐਵਰ। ਪਰ ਮੈਂ ਇਹ ਚਾਹੁੰਦਾ ਕਿ ਮੇਰੀ ਜਿੰਨੀ ਕਲਾਸ ਬੈਠੀ ਹੈ ਇਹ ਸੱਚ ਬੋਲੇ। ਮੈਂ ਜੇ ਬਹੁਤ ਮਾੜਾ ਵੀ ਪੜਾਊਂਗਾ ਨਾ ਤਾਂ ਘੱਟੋ ਘੱਟ ਮੈਨੂੰ ਇਹ ਪਤਾ ਹੋਵੇ ਕਿ ਭਾਈ ਬਹੁਤ ਮਾੜਾ ਸੀਗਾ, ਮੈਂ ਅਗਲੀ ਵਾਰ ਤੋਂ ਬਹੁਤ ਚੰਗਾ ਪੜਾਵਾਂ। ਸਭ ਤੋਂ ਇੰਪੋਰਟੈਂਟ ਗੱਲ ਦੱਸ ਦਾਂਗਾ, ਮੈਂ ਤੁਹਾਨੂੰ ਦੇਖੋ ਰੀਡਿੰਗ ਨੂੰ ਪੜਾਉਣ ਦਾ ਮੇਰਾ ਸਭ ਤੋਂ ਇੱਕ ਅਲੱਗ ਤਰੀਕਾ ਕੀ ਹੈਗਾ। ਮੈਂ 40 ਦੇ 40 ਕੁਐਸਚਨ ਨਹੀਂ ਪੜਾਉਂਦਾ ਹੁੰਦਾ। ਮੈਂ ਕੀ ਕਰਦਾ, ਤੁਹਾਨੂੰ ਆਈਐਲਸ ਦੀਆਂ ਰੀਡਿੰਗ ਦੀਆਂ ਟੋਟਲ ਆਪਣੇ ਕੋਲੇ 5 ਟਾਈਪ ਨੇ ਜੀ ਚੋਂ ਪੇਪਰ ਆਊਗਾ। ਇਹ ਤਾਂ ਕਲੀਅਰ ਹੈ ਸਾਰਿਆਂ ਨੂੰ। 5 ਟਾਈਪ ਕਿਹੜੀਆਂ ਕਿਹੜੀਆਂ? ਜਿਵੇਂ ਕਿ ਲਿਸਟ ਆਫ ਹੈਡਿੰਗ ਹੋ ਗਿਆ, ਜਿਵੇਂ ਕਿ ਫਿਲ ਇਨ ਦਾ ਬਲੈਂਕ ਹੋ ਗਿਆ, ਮੈਚਿੰਗ ਹੋ ਗਿਆ, ਟਰੂ ਫਾਲਸ ਹੋ ਗਿਆ, ਯੈਸ ਨੋ ਜਿਹਨੂੰ ਕਹਿੰਦੇ ਆ, ਤੇ ਲਾਸਟ ਵਾਲਾ MCQ ਹੋ ਗਿਆ। ਮੈਂ ਸਾਰੀ ਕਲਾਸ ਨੂੰ ਇਹ ਪ੍ਰੋਮਿਸ ਕਰ ਦਾਂਗਾ ਕਿ ਇਹ ਤੋਂ ਬਾਹਰੋਂ ਪੇਪਰ ਆ ਗਿਆ, ਮੈਂ ਜਵਾਬ ਦੇ ਸਾਰੀ ਕਲਾਸ ਨੂੰ, ਆਈ ਐਮ ਰਿਸਪੌਂਸਿਬਲ ਫॉर ਦੈਟ। ਪਰ ਹੁਣ ਤੁਸੀਂ ਇਹ ਗੱਲ ਨੂੰ ਧਿਆਨ ਨਾਲ ਰੱਖੋ, ਮੈਂ ਤੁਹਾਨੂੰ ਆਪਣੀ ਕਲਾਸ ਦੇ ਵਿੱਚ ਕਦੇ ਕੀ ਪੜ੍ਹਾ ਰਿਹਾ, ਕਦੇ ਕੀ ਪੜ੍ਹਾ ਰਿਹਾ। ਤੁਹਾਨੂੰ ਯਾਦ ਹੋਊਗਾ ਕਿ ਮੰਡੇ ਨੂੰ ਇੱਕ ਤੁਹਾਨੂੰ MCQ ਪੜ੍ਹਾਏ ਗਏ ਸੀ। ਮੰਡੇ ਨੂੰ ਨਹੀਂ ਪਤਾ ਕਦੋਂ, ਆ ਹੁਣ ਜੇ 1-2 ਦਿਨ ਪਹਿਲਾਂ ਤੁਹਾਨੂੰ ਉਹ ਨਿਊਰੋ ਸਾਇੰਟਿਸਟ ਵਾਲੇ MCQ ਪੜ੍ਹਾਏ ਸੀਗੇ, ਤੁਹਾਨੂੰ ਫਿਲ ਇਨ ਦਾ ਬਲੈਂਕ ਵੀ ਪੜ੍ਹਾਈਆਂ ਸੀਗੀਆਂ, ਤੇ ਤੁਹਾਨੂੰ ਟਰੂ ਫਾਲਸ ਵੀ ਪੜ੍ਹਾਏ। ਐਗਰੀ ਕਰਦੇ ਹੋਗੇ? ਮੈਂ ਤੁਹਾਨੂੰ ਇਹ ਚਾਹੁੰਦਾ ਕਿ ਅੱਜ ਦੀ ਜਿਹੜੀ ਮੈਂ ਕਲਾਸ ਤੁਹਾਨੂੰ ਪ੍ਰੋਵਾਈਡ ਕਰਨ ਲੱਗਿਆ, ਲਿਸਟ ਆਫ ਹੈਡਿੰਗ। ਮੇਰੀ ਇੱਕ ਬੇਨਤੀ ਹੈ ਕਿ ਮੇਰੇ ਜਿੰਨੇ ਸਟੂਡੈਂਟ ਮੇਰੀ ਇਸ ਕਲਾਸ ਨੂੰ ਲਾਉਣਗੇ, ਜਿਹੜੇ ਰੀਡਿੰਗ ਨੂੰ ਐ ਸਮਝਦੇ ਆ ਨਾ ਕਿ ਰਮਨ ਸਰ ਹੱਥ ਖੜੇ ਹੋ ਗਏ, ਰੀਡਿੰਗ ਨਹੀਂ ਹੁੰਦੀ, ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਕਿ ਜਿਸ ਤਰੀਕੇ ਨਾਲ, ਜਿਹੜੀ ਟੈਕਨੀਕ ਨਾਲ ਮੈਂ ਤੁਹਾਨੂੰ ਲਿਸਟ ਆਫ ਹੈਡਿੰਗ ਪੜ੍ਹਾਊਂਗਾ, ਇਸ ਤੋਂ ਬਾਅਦ ਮੈਂ ਜ਼ਿੰਮੇਵਾਰ ਹਾਂ ਜੇ ਇੱਕ ਵੀ ਬੱਚਾ ਇਹ ਗੱਲ ਕਹਿ ਦੇ ਵੀ ਰਮਨ ਸਰ ਸਮਝ ਨਹੀਂ ਆਇਆ। ਡਨ। ਤੁਹਾਨੂੰ ਇਹ ਗੱਲ ਬੜੀ ਸ਼ੋਰ ਹੈ, ਦੇਖੋ ਕਿਸੇ ਵੀ ਕੰਮ ਨੂੰ ਸ਼ੁਰੂ ਕਰਨਾ ਬਹੁਤ ਸੌਖਾ ਹੈ, ਕੋਈ ਵੀ ਕਰ ਸਕਦਾ ਹੈ। ਆਉਂਦੇ ਨੇ, ਫੀਸ ਭਰਦੇ ਨੇ, ਮੁੜ ਕੇ ਆਉਣ ਨਾ ਆਉਣ ਅਗਲੀ ਦੀ ਮਰਜ਼ੀ ਹੋ ਜਾਂਦੀ ਹੈ। ਪਰ ਮੈਂ ਇੱਕ ਬੜੀ ਵਧੀਆ ਗੱਲ ਦੱਸਦਾ, ਇੱਕ ਜਿਮ ਦੇ ਬਾਹਰ ਨਾ, ਜਿਹੜਾ ਜਿਮ ਦਾ ਮਾਲਕ ਸੀਗਾ, ਉਹਨੇ ਬਾਹਰ ਫੀਸ ਲਿਖੀ ਹੋਈ ਕਿ 1 ਮਹੀਨੇ ਦੀ ਫੀਸ ਹੈ 3000 ਰੁਪਇਆ, 3000 ਰੁਪੀਜ਼। ਜੇ ਤੁਸੀਂ 1 ਸਾਲ ਦੀ ਫੀਸ ਪੂਰੀ ਇਕੱਠੀ ਦਿੰਦੇ ਹੋ ਤਾਂ 20000 ਰੁਪਇਆ। ਜਿਮ ਦੇ ਮਾਲਕ ਨੇ ਕੀ ਲਿਖਿਆ ਕਿ 1 ਮਹੀਨੇ ਦੀ ਫੀਸ ਹੈਗੀ 3000 ਰੁਪਇਆ, ਤੇ ਜੇ ਤੁਸੀਂ ਮੇਰੇ ਕੋਲੇ 1 ਸਾਲ ਦੀ ਸਾਰੀ ਫੀਸ ਇਕੱਠੀ ਦਿੰਦੇ ਹੋਗੇ ਤਾਂ ਮੈਂ 20000 ਰੁਪਇਆ ਲਊਂਗਾ ਬਸ। ਇੱਕ ਉਹਦਾ ਦੋਸਤ ਆਇਆ, ਉਹ ਜਿਮ ਦੇ ਮਾਲਕ ਨੂੰ ਕਹਿਣ ਲੱਗ ਗਿਆ, ਕਹਿੰਦਾ ਤੂੰ ਮੂਰਖ ਹੈ, ਤੂੰ ਪਾਗਲ ਹੈ, ਕਹਿੰਦਾ ਜਿਮ ਦੀ ਫੀਸ ਹੈ ਉਹ 3000 ਰੁਪਇਆ ਮਹੀਨੇ ਦੀ ਹੈ, ਜੇ ਤੂੰ ਸਾਲ ਦੀ ਕਰੇਗਾ 12 36000 ਰੁਪਇਆ ਬਣ ਗਿਆ, ਤੂੰ ਪਾਗਲ 20000 ਰੁਪਇਆ ਲਈ ਜਾਣਾ, ਤੂੰ ਤਾਂ ਘਾਟਾ ਖਾ ਰਿਹਾ ਹੈਗਾ। ਜਿਮ ਦਾ ਮਾਲਕ ਕਹਿੰਦਾ ਆਹੀ ਤਾਂ ਬਿਜ਼ਨਸ ਹੈ, ਤੈਨੂੰ ਨਹੀਂ ਪਤਾ। ਕਹਿੰਦਾ ਕਿਵੇਂ? ਕਹਿੰਦਾ ਭਾਵੇਂ ਉਹ 3000 ਭਰੇ, ਭਾਵੇਂ ਉਹ 20000 ਭਰੇ, ਆਉਣਾ ਤਾਂ ਉਹਨੇ 4 ਦਿਨੇ ਹੈ। ਤੈਨੂੰ ਲੱਗਦਾ ਮੈਂ 1 ਸਾਲ ਦੀ ਫੀਸ 20000 ਲੈ ਗਿਆ? ਕਹਿੰਦਾ ਬਾਈ ਜੀ ਮੈਂ ਤਾਂ 4 ਦਿਨਾਂ ਦੀ 20000 ਲੈ ਗਿਆ। मतलब की है कि शुरू तो हरेक कोई पूरा एक जवाक आया मेरे को आयल्स का, मैनू कहना सर
मैं क्या हाँ। सारी तैयारी होगी। मैं क्या ओके। सर मैं क्या हाँ सारी तैयारी होगी। पेंसिल है, फूटा है, पासपोर्ट है, फोटो है, सब कुछ है सर, बस कला पढ़ना पढ़ना रह गया। मैं शाबाश बेटे, देखी कि तेरी होर तैयारी ना रह जी। चलो मित्र प्यारिओ, आओ ਆਪਾਂ ਰੀਡਿੰਗ ਦਾ ਲਿਸਟ ਆਫ ਹੈਡਿੰਗ ਪੜ੍ਹੀਏ ਤੇ ਬਹੁਤ ਚੰਗੇ ਢੰਗ ਨਾਲ ਪੜਾਉਂਗਾ। ਸੋਨੀ ਮੈਨੂੰ ਮਾਈਕ ਦੇਈਓ। ਦੇਖੋ ਜੀ, ਆ ਰਿਹਾ ਮੇਰੇ ਕੋਲੇ ਅੱਜ ਟੌਪਿਕ, ਤੇ ਟੌਪਿਕ ਮੇਰੇ ਕੋਲੇ ਹੈਗਾ, ਵਾਹ ਜੀ ਵਾਹ, ਬੜੇ ਆਰਾਮ ਨਾਲ ਦਿਖਾਉਣਾ ਤੁਹਾਨੂੰ ਮੈਂ। ਕੱਲੇ ਕੱਲੇ ਬੱਚੇ ਨੂੰ ਮੈਂ ਦੇਖਿਓ ਕਿਵੇਂ ਸਮਝਾਉਂਗਾ। ਮੇਨ ਟੌਪਿਕ ਹੈ ਕਿ ਨਾ ਪਰਸਿਸਟੈਂਟ ਹੈ ਜਿਹੜਾ ਬੋਲਿੰਗ ਦਾ, ਵਨ ਆਫ ਦਾ ਵਰਸਟ ਐਕਸਪੀਰੀਅੰਸ ਚਾਈਲਡ ਕੈਨ ਫੇਸ। ਬੋਲਿੰਗ ਅੱਜ ਦਾ ਟੌਪਿਕ ਹੈ ਜਿਹੜਾ ਉਹ ਹੈ ਬੋਲਿੰਗ। ਤੁਹਾਨੂੰ ਮੈਂ ਦੱਸਦਾ ਕਿ ਬੋਲਿੰਗ ਹੁੰਦੀ ਹੈ ਕਿ ਜਦੋਂ ਕੋਈ ਬਦਮਾਸ਼ੀ, ਛੋਟੇ ਛੋਟੇ ਬੱਚੇ ਲੜਾਕੇ ਹੁੰਦੇ ਨੇ, ਬਦਮਾਸ਼ ਹੁੰਦੇ ਨੇ, ਉਹਨੂੰ ਕਹਿੰਦੇ ਆ ਬੋਲਿੰਗ। ਲੈ ਕੇ ਬਾਹਰੋਂ ਮਾਈਕ ਮੇਰਾ ਜਾ ਕੇ ਪਿੱਛੋਂ ਦੀ ਲਿਆ। ਜਿਹੜਾ ਟੌਪਿਕ ਦਾ ਨੇਮ ਕੀ ਹੈ ਕਿ ਬੋਲਿੰਗ ਹੈ, ਇੱਕ ਵਰਸਟ ਐਕਸਪੀਰੀਅੰਸ ਹੈ ਬੱਚਿਆਂ ਦੇ ਲਈ। ਅੱਜ ਦਾ ਟੌਪਿਕ ਕਿਸ ਤਰੀਕੇ ਨਾਲ ਆਪਾਂ ਸੋਲਵ ਕਰਨਾ ਹੈਗਾ, ਤਾਂ ਆਪਾਂ ਨੂੰ ਇਹ ਪਤਾ ਲੱਗਿਆ ਕਿ ਟੌਪਿਕ ਦੇ ਵਿੱਚ ਕੀ ਹੋਊਗਾ। ਬੱਚਿਆਂ ਦੀਆਂ ਗੱਲਾਂ ਹੋਣਗੀਆਂ, ਬੋਲਿੰਗ ਦੀਆਂ ਗੱਲਾਂ ਹੋਣਗੀਆਂ, ਉਹਨਾਂ ਦੇ ਮਾੜੇ ਐਕਸਪੀਰੀਅੰਸ ਦੀਆਂ ਗੱਲਾਂ ਹੋਣਗੀਆਂ। ਜਦੋਂ ਕਿਸੇ ਵੀ ਬੱਚੇ ਨੇ ਲਿਸਟ ਆਫ ਹੈਡਿੰਗ ਸੋਲਵ ਕਰਨੇ ਹੈ ਤਾਂ ਤੁਹਾਡੇ ਕੋਲੇ ਸਭ ਤੋਂ ਪਹਿਲਾ ਰੂਲ ਪਤਾ ਕੀ ਹੈਗਾ। ਪਹਿਲਾਂ ਨਾ ਪੈਰਾਗ੍ਰਾਫ ਗਿਣੋ, ਪੈਰਾਗ੍ਰਾਫ ਗਿਣ ਲਓ। ਜਿਵੇਂ ਕਿ ਮੇਰੇ ਕੋਲੇ ਆ ਰਹੇ, ਲਾਈਕ ਦੇਖਿਓ, ਪੈਰਾਗ੍ਰਾਫ A B C D, ਚਾਰ ਤਾਂ ਇਹ ਹੋ ਗਏ। E, ਓ ਮਾਈ ਗॉड, E ਤਾਂ ਵਾਹ ਜੀ ਵਾਹ ਬਹੁਤ ਵੱਡਾ ਹੈ ਨਾ। ਕੋਈ ਨਾ, ਦੇਖੀ ਕੀ ਕਹਿੰਦੇ ਆ। ਪਰ ਖੁਸ਼ਕਿਸਮਤੀ ਇੱਕ ਬੜੀ ਵਧੀਆ, ਖੁਸ਼ਕਿਸਮਤੀ ਸਮਝ ਗਏ, ਜਿਹੜੇ ਕੁਐਸਚਨ ਸੋਲਵ ਕਰਨੇ ਹੈ ਉਹ ਮੇਰੇ ਕੋਲ ਨੇ ਸੈਕਸ਼ਨ A, ਸੈਕਸ਼ਨ B, ਸੈਕਸ਼ਨ C, ਸੈਕਸ਼ਨ D। मतलब बड़ा साफ है। मैं ਤੁਹਾਨੂੰ ਅੱਜ ਲਿਸਟ ਆਫ ਹੈਡਿੰਗ ਸੋਲਵ ਕਰਨੇ ਸਿਖਾਉਂਗਾ। ਤੇ ਇਹ ਲਿਸਟ ਆਫ ਹੈਡਿੰਗ ਇੱਕ ਉਹ ਚੀਜ਼ ਨੇ, ਜੇ ਅੱਜ ਮੇਰੀ ਕਲਾਸ ਦੇ ਵਿੱਚ ਤੁਸੀਂ ਲਿਸਟ ਆਫ ਹੈਡਿੰਗ ਨੂੰ ਸਿੱਖ ਗਏ ਕਿ ਰਮਨ ਸਰ ਕਿਵੇਂ ਸੋਲਵ ਕਰਨੇ ਹੈ। ਹੈਲੋ, ਯੈਸ, ਜੇਕਰ ਮੇਰੀ ਕਲਾਸ ਦੇ ਵਿੱਚ ਤੁਸੀਂ ਇਹ ਸਿੱਖ ਗਏ ਨਾ ਕਿ ਰਮਨ ਸਰ ਲਿਸਟ ਆਫ ਹੈਡਿੰਗ ਸੋਲਵ ਕਿਵੇਂ ਕਰਨੇ ਹੈ, ਮੈਂ ਤੁਹਾਨੂੰ ਪ੍ਰੋਮਿਸ ਕਰਦਾ ਤੁਹਾਡੇ ਚੋਂ ਇੱਕ ਵੀ ਬੱਚਾ, ਇੱਕ ਵੀ ਸਟੂਡੈਂਟ ਐਵੇਂ ਦਾ ਨਹੀਂ ਹੋਊਗਾ ਜਿਹੜਾ ਮੈਨੂੰ ਇਹ ਗੱਲ ਕਹਿ ਦੂਗਾ ਕਿ ਮੇਰਾ ਪੇਪਰ ਫੇਲ ਹੋ ਗਿਆ। ਬੱਚੇ ਗਲਤੀ ਪਤਾ ਕਿੱਥੇ ਕਰਦੇ ਆ, ਉਹਨਾਂ ਨੂੰ ਕੀ ਲੱਗਦਾ ਹੈਗਾ ਕਿ ਸਾਨੂੰ ਵੋਕੈਬਲਰੀ ਬਹੁਤ ਚੰਗੇ ਤਰੀਕੇ ਨਾਲ ਆਉਣੀ ਚਾਹੀਦੀ ਹੈ। ਕੋਈ ਲੋੜ ਨਹੀਂ। ਜੇ ਤੁਹਾਨੂੰ ਵੋਕੈਬਲਰੀ ਬਹੁਤ ਚੰਗੇ ਤਰੀਕੇ ਨਾਲ ਨਹੀਂ ਆਉਂਦੀ, ਡਰੋ ਨਾ। ਜੇ ਤੁਹਾਨੂੰ ਟਰਾਂਸਲੇਸ਼ਨ ਬਹੁਤ ਚੰਗੇ ਤਰੀਕੇ ਨਾਲ ਆਉਂਦੀ, ਡਰੋ ਨਾ। ਤੁਸੀਂ ਭਾਵੇਂ ਕਿਹੜੀ ਮਰਜ਼ੀ ਜੋ ਬੋਰਡ ਹੈ, ਚਾਹੇ ਪੰਜਾਬ ਬੋਰਡ ਹੈ, ਹਰਿਆਣਾ ਬੋਰਡ ਹੈ, ਜਿੱਥੋਂ ਮਰਜ਼ੀ ਪੜ੍ਹੇ ਹੋਏ ਹੋ, ਡਰੋ ਨਾ। ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਇੱਕ ਚੰਗਾ ਟੀਚਰ ਕੌਣ ਹੈ, ਜਿਹੜਾ ਆਪਣੇ ਬੱਚੇ ਨੂੰ ਇੱਕ ਕੌਨਫੀਡੈਂਸ 'ਚ ਲੈ ਕੇ ਆਵੇ। ਇੱਕ ਚੰਗਾ ਟੀਚਰ ਉਹ ਹੈ ਜਿਹੜਾ ਆਪਣੇ ਬੱਚੇ ਨੂੰ ਕਹੇ ਕਿ ਮੈਂ ਤੈਨੂੰ ਪੜ੍ਹਾ ਕੇ ਦਿਖਾਊਂਗਾ। ਅੱਜ ਤੋਂ ਬਾਅਦ ਜੇ ਇੱਕ ਵੀ ਬੱਚੇ ਦਾ ਲਿਸਟ ਆਫ ਹੈਡਿੰਗ ਗਲਤ ਪਾ ਗਿਆ, ਮੇਰੀ ਅਕੈਡਮੀ ਛੱਡ ਜਿਓ। ਤੇ ਜਿਹੜੇ ਮੇਰੀ ਵੀਡੀਓਜ਼ ਦੇਖਦੇ ਆ ਉਹ ਮੇਰੀਆਂ ਵੀਡੀਓ ਦੇਖਣਾ ਛੱਡ ਜਿਓ। ਮੈਂ ਤੁਹਾਨੂੰ ਟੈਕਨੀਕ ਸਿਖਾਉਣਾ। ਆਪਾਂ ਨੂੰ ਇਹ ਗੱਲ ਸ਼ੋਰਲੀ ਪਤਾ ਹੈ, A B C D ਚਾਰ ਕੁਐਸਚਨ ਨੇ। ਜਿਹੜੇ ਲਿਸਟ ਆਫ ਹੈਡਿੰਗ ਕਿੰਨੇ ਨੇ ਮੇਰੇ ਕੋਲੇ 7। ਆਪਾਂ ਇਹ ਗੱਲ ਨੂੰ ਸ਼ੋਰ ਮੰਨਦੇ ਆ 1 2 3 4 5 6 7 ਨੇ। ਚਾਰ ਕੁਐਸਚਨ ਨਾਲ ਚਾਰ ਆ ਜਾਣਗੇ। ਮਤਲਬ ਕੀ ਹੈ, 3 ਆਪਾਂ ਨੂੰ ਕੀ ਦਿੱਤੇ ਹੋਏ ਆ, ਕਨਫਿਊਜ਼ ਕਰਨ ਦੇ ਲਈ ਐਕਸਟਰਾ ਦਿੱਤੇ ਹੋਏ ਆ। ਆਪਣੇ ਸਾਰੇ ਬੱਚਿਆਂ ਦਾ ਕੰਮ ਪਤਾ ਕੀ ਹੈ, ਆਪਾਂ ਪੈਰਾਗ੍ਰਾਫ ਪੜ੍ਹਨਾ। ਸਾਰੇ ਬੱਚੇ ਪੈਰਾਗ੍ਰਾਫ ਪੜਾਂਗੇ। ਉਸ ਤੋਂ ਬਾਅਦ ਇਹਨਾਂ 7 ਦੇ ਵਿੱਚੋਂ ਆਪਣਾ ਇੱਕ ਆਨਸਰ ਹੋਊਗਾ। ਮੈਂ ਤੁਹਾਨੂੰ ਸ਼ੋਰਿਟੀ ਨਾਲ ਕਹਿਣਾ ਕਿ ਜੇ ਕੋਈ ਬੱਚਾ ਮੇਰੇ ਕੋਲੇ ਪੜ੍ਹਦਾ, ਮੈਂ 9 ਚੋਂ 9 ਬੈਂਡ ਦਵਾ ਦੂੰਗਾ। ਪਰ ਕੋਈ ਪੜ੍ਹਨ ਵਾਲਾ ਚਾਹੀਦਾ ਮੇਰੇ ਕੋਲੇ। ਐਗਜ਼ਾਮਪਲ ਦੇ ਤੌਰ ਤੇ ਚੱਲਦੇ ਹਾਂ, ਆਪਾਂ ਪੈਰਾਗ੍ਰਾਫ A ਤੇ ਚੱਲਦੇ ਹਾਂ। ਤੇ ਮੇਰੀ ਇੱਕ ਰਿਕੁਐਸਟ ਹੈ ਕਿ ਜੇ ਤੁਹਾਨੂੰ ਕੋਈ ਵਰਡ ਦੀ ਵੋਕੈਬਲਰੀ ਨਾ ਆਵੇ, ਇੱਕੋ ਵਰਡ ਤੇ ਨਾ ਟਿਕਿਓ। ਐਗਜ਼ਾਮਪਲ ਦੇਣਾ ਤੁਹਾਨੂੰ ਮੈਂ ਬਹੁਤ ਚੰਗੇ ਤਰੀਕੇ ਨਾਲ ਸਮਝਾਉਂਗਾ। ਦੇਖੋ, ਜਿਵੇਂ ਕਿ ਕਹਿੰਦਾ ਬੋਲਿੰਗ ਕੈਨ ਟੇਕ ਅ ਵੈਰਾਈਟੀ ਆਫ ਫਾਰਮਸ। ਜਿਹੜੀ ਬੁਲਿੰਗ ਹੈ, ਜਿਹੜੀ ਬਦਮਾਸ਼ੀ ਹੈ,
ਇਹ ਅਲੱਗ ਤਰੀਕੇ ਦੀ ਫਾਰਮ ਦੇ ਵਿੱਚ ਸਾਹਮਣੇ ਆਉਂਦੀ ਹੈ। ਜਿਵੇਂ ਕਿ ਕਹਿੰਦਾ ਫਰੋਮ ਦਾ ਵਰਬਲ, ਗਾਲਾਂ ਹੁੰਦੇ ਨਾ ਕਈ ਲੋਕ ਜਿਹੜੇ ਗਾਲਾਂ ਕੱਢ ਕੇ ਆਪਣੀ ਬਦਮਾਸ਼ੀ ਦਾ ਦਿਖਾਉਂਦੇ ਨੇ ਵੀ ਚੱਕ ਲਾਂਗੇ, ਝੜ ਜਾਾਂਗੇ, ਤੇਰੇ ਆਹ ਵਾਲਾ ਮੁੱਕਾ ਮਾਰੂੰਗਾ, ਜੇ ਆਪਦੀ ਉਂਗਲ ਠੁੱਕ ਜੇ ਉਹਨੂੰ ਕੋਈ ਫਰਕ ਨਹੀਂ ਹੈਗਾ, ਪਰ ਉਹ ਡਰਾਈ ਜਾਣਾ ਜਵਾਕ ਨੂੰ। ਕਿਆ ਬਾਤ ਹੈ, ਮਾੜੇ ਦੇ ਮੇਰੇ ਵਰਗੇ ਦੇ ਸਾਹ ਸੁੱਕੀ ਜਾਂਦੇ ਵੀ ਅੱਜ ਕੁੱਟੂਗਾ ਇਹ, ਠੀਕ ਹੈ। ਤਾਂ ਕਹਿੰਦਾ ਜਿਹੜੀ ਬੋਲਿੰਗ ਹੈ ਉਹ ਅਲੱਗ ਚੀਜ਼ਾਂ 'ਚ ਹੈ, ਜਿਵੇਂ ਕਿ ਵਰਬਲ ਹੋ ਗਈ ਜਾਂ ਬੀਇੰਗ ਟੌਂਟਡ, ਕਿਸੇ ਨੂੰ ਟੌਂਟ ਮਾਰੀ ਜਾਣੇ, ਇਹ ਵੀ ਇੱਕ ਬਦਮਾਸ਼ੀ ਦੇ ਵਿੱਚ ਆਉਂਦਾ। ਜਿਵੇਂ ਮੰਨ ਕੇ ਚੱਲੋ ਤੁਹਾਡੇ ਡੈਡੀ ਨੇ ਕਹਿਤਾ ਸ਼ਿਮਲੇ ਜਾਵਾਂਗੇ, ਮੁੜ ਕੇ ਅਚਾਨਕ ਤੁਹਾਡਾ ਹੋ ਗਿਆ ਪਲਾਨ ਕੈਂਸਲ, ਤੁਹਾਡੇ ਦੋਸਤ ਨੂੰ ਪਤਾ ਲੱਗ ਗਿਆ, ਉਹ ਤੁਹਾਨੂੰ ਕਲਾਸ 'ਚ ਕਰੀ ਚਲੇ ਬਰਫ਼ ਜ਼ਿਆਦੇ ਤੀ, ਠੰਡ ਬਹੁਤ ਹੋਣੀ ਮੈਨੂੰ ਲੱਗਦਾ, ਇਹਨੂੰ ਕਹਿੰਦੇ ਨੇ ਟੌਂਟ ਮਾਰਨੇ। ਜਿਹੜੀ ਬੋਲਿੰਗ ਹੈ ਇਹਦੇ ਅਲੱਗ ਪਾਰਟ ਨੇ, ਇਹ ਵਰਬਲ ਵੀ ਹੋ ਸਕਦੀ ਹੈ, ਇਹ ਟੌਂਟ ਵੀ ਹੋ ਸਕਦੀ ਹੈ, ਔਰ ਕਾਲਡ ਹਾਰਟਫੁਲ ਨੇਮਸ, ਕੁਚਰੀ ਪੁਚਰੀ, ਜਿਵੇਂ ਕਿਸੇ ਦੇ ਪੁੱਠੇ ਨਾਮ ਰੱਖਣੇ, ਜਾਂ ਟੂ ਦਾ ਫਿਜ਼ੀਕਲ, ਕਿਸੇ ਦੇ ਕੁੱਟ ਕਟਾਈ ਵੀ ਕਰ ਦੇਣੀ। ਕਹਿੰਦਾ ਬੀਇੰਗ ਕਿੱਕ ਮਾਰ ਦੇਣੀ, ਔਰ ਸ਼ੌਫਡ, ਦੋਨਾਂ ਦਾ ਮਤਲਬ ਸੇਮ ਹੈ। as well as indirect forms such as being excluded from social group। ਬੁਲਿੰਗ ਕਿੰਨੇ ਤਰ੍ਹਾਂ ਦੀ ਹੈ, ਵਰਬਲ ਹੋ ਸਕਦੀ ਹੈ, ਟੌਂਟ ਮਾਰੇ ਜਾ ਸਕਦੇ ਨੇ, ਹਾਰਟਫੁਲ ਨੇਮ ਲਏ ਜਾ ਸਕਦੇ ਨੇ, ਫਿਜ਼ੀਕਲ ਕੁੱਟਿਆ ਮਾਰਿਆ ਜਾ ਸਕਦਾ ਹੈ, ਜਾਂ ਕਹਿੰਦਾ ਫਿਰ ਉਹ ਇਨਡਾਇਰੈਕਟਲੀ ਗਰੁੱਪ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ। ਜਿਵੇਂ 4 ਜਣੇ ਨੇ ਨਾ, ਚਾਰਾਂ ਨੇ ਸਲਾਹ ਬਣਾ ਲਈ ਵੀ ਅੱਜ ਤੋਂ ਬਾਅਦ ਇਹਨੂੰ ਬੁਲਾਉਣਾ ਨਹੀਂ ਹੈਗਾ, ਇਹ ਵੀ ਤਾਂ ਇੱਕ ਬੁਲਿੰਗ ਦਾ ਪਾਰਟ ਹੈਗਾ। ਕਹਿੰਦਾ ਇੱਕ ਸਰਵੇ I conducted with Irony Whitney found that in a British primary school, ਇੱਕ ਸਰਵੇ ਦੇਖਿਆ ਗਿਆ ਬ੍ਰਿਟਿਸ਼ ਪ੍ਰਾਇਮਰੀ ਸਕੂਲ ਦੇ ਵਿੱਚ, ਸਕੂਲ ਅਪ ਟੂ ਅ ਕੁਆਟਰ ਆਫ ਪੀਪਲਸ ਰਿਪੋਰਟਡ ਐਕਸਪੀਰੀਅੰਸ ਆਫ ਬੁਲਿੰਗ। ਜਿਹੜੇ ਕੁਆਟਰ ਬੱਚੇ ਸੀਗੇ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਨਾ ਅਸੀਂ ਬੁਲਿੰਗ ਦਾ ਸ਼ਿਕਾਰ ਹੋਏ ਆ। ਕਈ ਬੱਚੇ ਨਾ ਸਕੂਲ 'ਚ ਆਪਣੇ ਘਰੇ ਨਾ ਰੋਂਦੇ ਰਹਿੰਦੇ ਨੇ ਵੀ ਮੈਂ ਸਕੂਲ ਨਹੀਂ ਜਾਣਾ, ਕਾਰਨ ਪਤਾ ਕੀ ਹੈ, ਉਹਨਾਂ ਨੂੰ ਵਿਚਾਰਿਆਂ ਨੂੰ ਉੱਥੇ ਤੰਗ ਪਰੇਸ਼ਾਨ ਕਰਿਆ ਜਾਂਦਾ ਹੈਗਾ। ਅਗਲੀ ਗੱਲ ਕਹਿੰਦਾ ਜਿਹੜੀ ਵਿਚ ਇਜ਼ ਅਬਾਊਟ 1 in 10 cases was persistent, ਮਤਲਬ ਕੀ ਹੈ ਕਿ ਪ੍ਰਾਇਮਰੀ ਸਕੂਲ ਦੇ ਵਿੱਚ 1 in 10 cases ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ, 10 ਦੇ ਵਿੱਚੋਂ ਇੱਕ ਬੱਚੇ ਨਾਲ ਐਵੇਂ ਮਾੜਾ ਹੁੰਦਾ ਹੈ। ਦੂਜੀ ਗੱਲ ਕਹਿੰਦਾ देयर was less bullying, ਚਲੋ ਥੋੜੀ ਘੱਟ ਹੈਗੀ ਸੈਕੰਡਰੀ ਸਕੂਲ ਦੇ ਵਿੱਚ, ਉਹ 'ਚ ਕੀ ਹੈ with about 1 in 25 suffering persistent bullying। ਪਰ ਕੀ ਚੱਕਰ ਹੈਗਾ, ਪ੍ਰਾਇਮਰੀ ਸਕੂਲਾਂ ਦੇ ਵਿੱਚ ਤਾਂ 10 ਦੇ ਵਿੱਚੋਂ ਇੱਕ ਬੱਚੇ ਨਾਲ ਮਾੜੀ ਹੁੰਦੀ ਹੈ, ਥੋੜੇ ਸੈਕੰਡਰੀ ਸਕੂਲ 'ਚ ਜਾ ਕੇ ਬੱਚੇ ਥੋੜੇ ਸਿਆਣੇ ਹੋ ਜਾਂਦੇ ਨੇ, ਉਹਨਾਂ ਦੇ ਵਿੱਚੋਂ ਕੀ ਆ ਕਿ 25 ਦੇ ਵਿੱਚੋਂ ਇੱਕ ਬੱਚੇ ਨਾਲ ਤਾਂ ਐਵੇਂ ਹੁੰਦਾ ਹੀ ਹੁੰਦਾ ਹੈਗਾ। बट दीज केसेज में बी पर्टिकुलरली जो भी रेक्लिकेंट जो मर्जी वट एवर प्रोनाउंसिएशन भी नहीं पता, डोंट वरी। ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਕਿਸੇ ਇੱਕ ਸ਼ਬਦ ਪਿੱਛੇ ਤੁਹਾਡਾ ਜਿਹੜਾ ਲਿਸਟ ਆਫ ਹੈਡਿੰਗ ਹੈ ਉਹ ਰਹਿ ਜਾਊਗਾ। ਤੁਸੀਂ ਇੱਕ ਗੱਲ ਦੀ ਗੌਰ ਕਰਕੇ ਦੇਖੋ ਕਿ ਪੂਰੇ ਪੈਰਾਗ੍ਰਾਫ ਨੇ ਮੈਨੂੰ ਪਤਾ ਕੀ ਦੱਸਿਆ ਕਿ ਬੁਲਿੰਗ ਹੈ ਜਿਹੜੀ ਉਹ ਅਲੱਗ-ਅਲੱਗ ਤਰੀਕੇ ਦੀ ਹੋ ਸਕਦੀ ਹੈ, ਤੇ ਜਿਹੜੇ ਤਰੀਕੇ ਨੇ ਸਾਰੇ ਦੱਸਦੇ। ਕਹਿੰਦਾ ਪ੍ਰਾਇਮਰੀ ਸਕੂਲਾਂ ਦੇ ਵਿੱਚ 10 ਦੇ ਵਿੱਚੋਂ ਇੱਕ ਬੱਚੇ ਨਾਲ ਹੁੰਦੀ ਹੈ, ਸੈਕੰਡਰੀ ਸਕੂਲ ਦੇ ਵਿੱਚ 25 ਦੇ ਵਿੱਚੋਂ ਇੱਕ ਬੱਚੇ ਨਾਲ ਇਹ ਬੁਲਿੰਗ ਹੈ ਜਿਹੜੀ ਹੁੰਦੀ ਹੈ। ਬਸ ਗੱਲ ਖਤਮ। ਉਧਰ ਜਿਹੜੇ ਆਪਸ਼ਨ ਨੇ 1 to 7 ਆਪਸ਼ਨ ਨੇ, ਉਹਨਾਂ ਦੇ ਵਿੱਚੋਂ 100% ਇੱਕ ਆਨਸਰ ਤਾਂ ਆਪਣਾ ਪਿਆ ਹੀ ਪਿਆ। ਜੇ ਮੇਰਾ ਸਟੂਡੈਂਟ ਹੋਊਗਾ ਨਾ, ਉਹਨੇ ਪਤਾ ਆਨਸਰ ਕਿਵੇਂ ਸੋਲਵ ਕਰਨਾ ਹੈ, ਉਹ ਕਰੂਗਾ। ਆ ਵੀ ਨਹੀਂ ਹੈਗਾ, ਆ ਵੀ ਨਹੀਂ ਹੈਗਾ, ਤੁਸੀਂ ਐਲੀਮੀਨੇਸ਼ਨ ਕਰਨੀ ਹੈ। ਐਲੀਮੀਨੇਸ਼ਨ ਦਾ ਮਤਲਬ ਹੁੰਦਾ ਹੈਗਾ ਪੁੱਤ ਕਿ ਕਟਿੰਗ ਕਰਨੀ ਹੈ। ਕਦੇ ਵੀ ਆਪਣਾ ਆਨਸਰ ਨਾ ਲੱਭੋ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਦੇ ਵੀ ਆਨਸਰ ਨਾ ਲੱਭੋ। ਤੁਸੀਂ ਤਾਂ ਇਹ ਲੱਭੋ ਵੀ ਕਿਹੜਾ ਕਿਹੜਾ ਮੇਰਾ ਨਹੀਂ ਹੈਗਾ, ਜਿਹੜਾ ਹੋਊਗਾ ਤੁਹਾਡਾ ਅੱਡ ਆ ਜਾਊਗਾ। ਬੋਲਿਓ ਨਾ ਪਲੀਜ਼, ਜਮੀ ਨਾ ਬੋਲਿਓ, ਆਪਾਂ ਆਨਸਰ ਕੱਢਦੇ ਹਾਂ, ਠੀਕ ਹੈ। ਆਰਾਮ ਨਾਲ ਦੇਖੋ। ਰੋਲ ਆਫ ਵੀਡੀਓ ਵਾਇਲੈਂਸ ਆਪਾਂ ਨੇ ਕੱਟਤਾ। ਮੈਂ 100% ਸ਼ੋਰ ਹਾਂ ਕਿ ਵੀਡੀਓ ਵਾਇਲੈਂਸ ਦੀ ਤਾਂ ਇੱਕ ਜਗ੍ਹਾ ਤੇ ਵੀ ਗੱਲ ਨਹੀਂ ਕਰੀ ਹੈਗੀ। ਫਸਟ ਮੇਰਾ ਨਹੀਂ ਆਉਂਦਾ ਹੈਗਾ, ਠੀਕ ਆ। ਦੂਜਾ ਦ ਫੇਲਰ ਆਫ ਗਵਰਨਮੈਂਟ ਪਾਲਿਸੀ, ਆਪਾਂ ਤਾਂ ਕਿਤੇ ਗਵਰਨਮੈਂਟ ਵਰਡ ਹੀ ਨਹੀਂ ਪੜਿਆ। ਗਵਰਨਮੈਂਟ ਦੀ ਪਾਲਿਸੀ ਫੇਲਰ ਹੈ, ਨਹੀਂ ਫੇਲਰ ਹੈ, ਨਹੀਂ ਹੈਗਾ, ਨਾ ਪਹਿਲਾ ਨਾ ਦੂਜਾ। ਚਲੋ ਜੀ, ਕਹਿੰਦਾ ਰੀਜ਼ਨ ਦੱਸੇ ਹੁਣ ਫॉर ਇਨਕਰੀਜ਼ਡ ਰੇਟ ਆਫ ਬੁਲਿੰਗ।
कोई रीजन नहीं दसे कि बुलिंग है क्यों वध रही है क्यों नहीं वध रही है। नीचे तो पढ़ते हैं, कहता ਡਿਵੈਲਪਮੈਂਟ ਦਿੱਤੀ ਹੋਵੇ ਨਿਊ ਅਪਰੋਚ ਕੋਈ ਸਕੂਲ ਦੇ ਦੁਆਰਾ ਵੀ ਸਕੂਲ ਨੇ ਕੋਈ ਨਵੀਂ ਅਪਰੋਚ ਕਰੀ ਹੋਵੇ ਡਿਵੈਲਪਮੈਂਟ ਦੇ ਵਿੱਚ ਨਾ। the effect of bullying on the children involved ਬੱਚਿਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਬੁਲਿੰਗ ਦਾ ਨਾ। the reaction from school to inquire about bullying ਜਦੋਂ ਸਕੂਲ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ ਤਾਂ ਕੁਝ ਵੀ ਨਹੀਂ। ਤੁਸੀਂ ਇਹ ਦੇਖੋ ਕਿ ਮੈਂ ਸਾਰੇ ਆਪਸ਼ਨ ਕੱਟਦੇ, ਮੇਰੇ ਕੋਲ ਇੱਕ ਆਪਸ਼ਨ ਬਚਿਆ ਦੇ ਉਹ ਆਪਸ਼ਨ ਨੂੰ ਪੜ੍ਹ ਕੇ ਦੇਖੀਏ। ਕਹਿੰਦਾ ਇੱਕ ਰਿਸਰਚ ਹੋਈ ਹੈ into how common bullying in British schools। ਇੱਕ ਰਿਸਰਚ ਤੋਂ ਪਤਾ ਲੱਗਿਆ, ਤਾਂ ਹੀ ਤਾਂ ਕਹਿੰਦੇ ਸੀ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ 10 ਦੇ ਵਿੱਚੋਂ ਇੱਕ ਬੱਚੇ ਨਾਲ ਹੁੰਦੀ ਹੈ, ਸੈਕੰਡਰੀ ਦੇ ਵਿੱਚ 25 ਦੇ ਵਿੱਚੋਂ ਇੱਕ ਬੰਦੇ ਨਾਲ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਹੋ ਗਿਆ ਕਿ ਬ੍ਰਿਟਿਸ਼ ਸਕੂਲਾਂ ਦੇ ਵਿੱਚ ਬੁਲਿੰਗ ਕਿੰਨੀ ਕਾਮਨ ਹੈ। ਤਾਂ ਆਪਾਂ 100% ਸ਼ੋਰ ਆਂਗੇ ਕਿ ਜਿਹੜਾ ਮੇਰਾ ਫਸਟ ਆਨਸਰ ਹੈ ਇਹ ਹੈ 4th। ਹੁਣ ਆਪਣੇ ਦਿਮਾਗ ਨੂੰ ਵਰਤ ਲਿਓ ਮੇਰੇ ਪਿਆਰੇ ਸਟੂਡੈਂਟਸ। ਆਪਣਾ ਆਨਸਰ ਜਿਹੜਾ 4th ਹੈ ਆ ਰਿਹਾ। ਜੇ ਕਿਸੇ ਮੇਰੇ ਸਟੂਡੈਂਟ ਨੇ ਐਵੇਂ ਕਰਤਾ ਨਾ ਉਹ ਗਿਆ। ਜੇ ਕਿਸੇ ਨੇ ਐਵੇਂ ਵੀ ਕਰਤਾ ਗਿਆ। ਕਰਨਾ ਕਿਵੇਂ ਹੈ 1V। ਦਿਸ ਇਜ਼ ਕਾਲਡ ਐਕੂਰੇਟ ਆਨਸਰ ਕਿਉਂਕਿ ਆਪਣੇ ਤੋਂ ਰੋਮਨ ਚ ਪੁੱਛਿਆ ਹੈਗਾ। ਮੈਂ ਸਾਰੇ ਬੱਚਿਆਂ ਨੂੰ ਇੱਕ ਸਲਾਹ ਦੇਣੀ ਚਾਹੁੰਦਾ ਹੈਗਾ, ਜਿਹੜੇ ਬੱਚੇ ਤੁਹਾਡੇ ਚੋਂ ਕਿੰਨੇ ਲੋਕ ਸੋਚਦੇ ਵੀ ਉਹਨਾਂ ਦਾ ਪੇਪਰ ਕਲੀਅਰ ਹੋਵੇ। ਚਲੋ ਤੇ ਕਿੰਨੇ ਲੋਕ ਕਹਿੰਦੇ ਆ ਵੀ ਉਹ ਮਿਹਨਤ ਕਰਨਗੇ ਇਸ ਚੀਜ਼ ਦੇ ਲਈ, ਮੰਨਦੇ ਹੋ ਇਹ ਗੱਲ। ਚਲੋ ਹੁਣ ਇਹ ਗੱਲ ਮੰਨੋ ਮੇਰੀ ਕਿ ਆਪਾਂ ਲਿਸਟ ਆਫ ਹੈਡਿੰਗ ਦੇ ਲਈ ਕੋਈ ਮੰਤਰ ਨਹੀਂ ਪੜ੍ਹੇ। ਆਪਾਂ ਨੇ ਕੀ ਕੀਤਾ, ਕੱਲਾ ਪੈਰਾਗ੍ਰਾਫ ਪੜ੍ਹਿਆ ਉਹਦੇ ਆਪਸ਼ਨ ਜਾ ਕੇ ਦੇਖ ਲਈ, ਗੱਲ ਖਤਮ। ਨਾ ਮੈਨੂੰ ਕਿਸੇ ਦੇ ਕਣੇ ਝਾਕਣ ਦੀ ਲੋੜ, ਨਾ ਮੈਨੂੰ ਹੋਰ। ਆਹੀ ਤਾਂ ਟੀਚਿੰਗ ਹੈ। ਮੈਂ ਆਪਣੇ ਬੱਚਿਆਂ ਨੂੰ ਤੁੱਕਾ ਨਹੀਂ ਮਰਵਾਉਣਾ ਚਾਹੁੰਦਾ। ਹੁਣ ਤੁਸੀਂ ਇੱਕ ਗੇਮ ਖੇਡਦੇ ਆਪਾਂ, ਪੈਰਾਗ੍ਰਾਫ B ਪੜਾਵਾਂਗੇ, ਠੀਕ ਹੈ। ਪੈਰਾਗ੍ਰਾਫ B ਪੜਾਵਾਂਗੇ, ਉਸ ਤੋਂ ਬਾਅਦ 5 ਗਰਲਸ ਤੇ 5 ਬॉयਜ਼, 5 ਕੁੜੀਆਂ 5 ਮੁੰਡਿਆਂ ਨੂੰ ਆਪਾਂ ਖੜੇ ਕਰਾਂਗੇ। ਉਹਨਾਂ ਨੂੰ ਕਹਾਂਗੇ ਨੋਟਬੁੱਕ ਤੇ ਆਨਸਰ ਲਿਖੋ। ਦੇਖਾਂਗੇ ਕਿੰਨੀਆਂ ਕੁੜੀਆਂ ਦੇ ਸਹੀ ਨੇ ਜਾਂ ਕਿੰਨੇ ਮੁੰਡਿਆਂ ਦੇ। ਮੰਨ ਕੇ ਚੱਲੋ 5 ਕੁੜੀਆਂ ਚੋਂ 5 ਦੇ ਠੀਕ ਤੇ ਮੁੰਡਿਆਂ 'ਚ ਵੀ 5 ਦੇ 5 ਠੀਕ ਤਾਂ ਡਰਾ ਹੋ ਗਿਆ। ਮੰਨ ਲਓ ਜੇ 4 ਕੁੜੀਆਂ ਦੇ ਠੀਕ ਨੇ 5 ਮੁੰਡਿਆਂ ਦੇ ਠੀਕ ਨੇ ਤਾਂ ਬॉयਜ਼ ਜਿੱਤ ਗਏ। ਜਿਹਦੇ ਜ਼ਿਆਦੇ ਠੀਕ ਹੋਣਗੇ ਉਹ ਟੀਮ ਜਿੱਤੂਗੀ, ਚਾਹੇ ਬॉयਜ਼ ਹੋਣ ਚਾਹੇ ਗਰਲਸ ਹੋਣ, ਠੀਕ ਆ। ਮੇਰਾ ਬੈਗ ਫੜਾਈਓ ਜੀ, ਮੇਰਾ ਬੈਗ ਦਿਓ ਇੱਧਰ ਜਿਹੜਾ ਪੈਸਿਆਂ ਵਾਲਾ। ਮੈਂ ਤੁਹਾਡੇ ਲਈ ਮੈਂ ਕਿਹਾ ਚਾਕਲੇਟਾਂ ਮੰਗਾ ਲਾਂ, ਜਵਾਕ ਨੇਗੇ ਥੋੜੇ ਜਿਹੇ ਖੁਸ਼ ਹੋ ਜਾਂਦੇ ਨੇ, ਠੀਕ ਹੈ। ਚਲੋ ਇਹਨਾਂ ਨੂੰ ਆਪਾਂ ਪੈਰਾਗ੍ਰਾਫ ਪੜ੍ਹਦੇ ਆ, ਇਹਨਾਂ ਨੂੰ ਚੌਕ ਖਾਓਗੇ ਇਹਦੇ ਜੀਵ ਦੇਖੋ। ਚਲੋ ਪੈਰਾਗ੍ਰਾਫ B ਪੜ੍ਹਦੇ ਆ, ਬॉयਜ਼ ਵਰਸਸ ਗਰਲਸ ਹੈ ਤੇ ਜਿਹੜਾ ਜਿੱਤ ਗਿਆ ਦਿਓ ਜੀ। ਐਂ ਕਰੋ, ਇੱਕ ਮਿੰਟ ਹਟ ਜਿਓ। ਇਨਾਮ ਜਨਤਾ ਦੇ ਸਾਹਮਣੇ ਜਿੰਜ ਗਰੰਟੀ 500 ਰੁਪਏ ਦੀਆਂ ਚਾਕਲੇਟ ਲਿਆ ਦਿਓ। ਓ ਅਮੀਰੀ 500 ਰੁਪਏ ਡੈਰੀ ਮਿਲਕ ਛੋਟੇ ਛੋਟੇ 20-30 ਰੁਪਏ ਵਾਲੀਆਂ ਜਿਹੜੀਆਂ ਹੋਣਗੀਆਂ 500 ਲਿਓ। ਸ਼ੱਕ ਲਓ ਜੀ ਪੈਰਾਗ੍ਰਾਫ B ਤੇ ਹੁਣ ਪਲੀਜ਼ ਧਿਆਨ ਇੱਧਰ ਰੱਖ ਲਿਓ, ਕਿਤੇ ਬਾਹਰ ਦੇਖੀ ਚੱਲੋ ਵੀ ਸਰ ਆਈਆਂ ਨਹੀਂ ਹਲੇ ਤੱਕ। ਬॉयਜ਼ ਵਰਸਸ ਗਰਲਸ, 5 ਮੁੰਡਿਆਂ ਨੂੰ ਖੜੇ ਕਰਕੇ ਆਨਸਰ ਲਵਾਵਾਂਗੇ 5 ਕੁੜੀਆਂ ਨੂੰ, ਜਿਨ੍ਹਾਂ ਦੇ ਸਭ ਤੋਂ ਠੀਕ ਠੀਕ। ਤੇ ਬੇਨਤੀ ਹੈ ਜੇ ਮੈਚ ਡਰਾ ਹੋ ਗਿਆ ਫਿਰ ਕਿਸੇ ਨੂੰ ਨਹੀਂ ਮਿਲਦਾ। ਹਾਂ ਮੈਂ ਤੇ ਚਾਹਨਾ ਡਰਾ ਹੋ ਜੇ, ਘਰੇ ਲੈ ਕੇ ਜਾਵਾਂਗੇ, ਆਰਾਮ ਨਾਲ ਖਾਵਾਂਗੇ ਰਾਤ ਨੂੰ। ਚਲੋ ਜੀ ਪੈਰਾਗ੍ਰਾਫ B ਤੇ ਬੋਲਿਓ ਨਾ, ਠੀਕ ਆ। ਮੈਂ ਪੜਾਉਣਾ। ਕਹਿੰਦਾ ਬੁਲਿੰਗ ਇਜ਼ ਕਲੀਅਰਲੀ ਅਨਪਲੇਜ਼ੈਂਟ। ਜਿਹੜੀ ਬੁਲਿੰਗ ਹੈ ਨਾ ਉਹ ਅਨਪਲੇਜ਼ੈਂਟ ਹੈ, ਵਧੀਆ ਨਹੀਂ ਹੁੰਦੀ, ਕੋਈ ਚੰਗਾ ਕੰਮ ਨਹੀਂ ਹੈਗਾ ਬਦਮਾਸ਼ੀ ਕਰਨਾ। ਕਹਿੰਦਾ ਐਂਡ ਕੈਨ ਮੇਕ ਦ ਚਾਈਲਡ ਐਕਸਪੀਰੀਐਂਸਿੰਗ ਇਟ ਫੀਲ ਅਨਵਰਦੀ ਐਂਡ ਡਿਪਰੈਸਡ। ਜਿਹੜੇ ਬੱਚੇ ਨਾਲ ਇੰਨਾ ਮਾੜਾ ਹੁੰਦਾ ਹੈਗਾ ਉਹ ਡਿਪਰੈਸਡ ਹੋ ਜਾਂਦਾ ਹੈ, ਡਿਪਰੈਸ਼ਨ 'ਚ ਵੀ ਆ ਜਾਂਦਾ ਹੈਗਾ ਜਿਹੜੇ ਬੱਚੇ ਨਾਲ ਇਹ ਮਾੜਾ ਹੁੰਦਾ ਹੈਗਾ। ਕਹਿੰਦਾ ਇਨ ਐਕਸਟ੍ਰੀਮ ਕੇਸਿਸ ਇਟ ਕੈਨ ਈਵਨ ਲੀਡ ਟੂ ਸੁਸਾਈਡ। ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜੇ ਕਿਸੇ ਬੱਚੇ ਨੂੰ ਜ਼ਿਆਦਾ ਤੰਗ ਪਰੇਸ਼ਾਨ ਕਰਿਆ ਗਿਆ ਤਾਂ ਬੱਚੇ ਨੇ ਕੀ ਕਰ ਲਿਆ, ਸੁਸਾਈਡ ਕਰ ਲਿਆ। ਕਹਿੰਦਾ ਦੋ ਦਿਸ ਥੈਂਕਫੁਲੀ ਰੇਅਰ। ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਇਹ ਬਹੁਤ ਰੇਅਰ ਹੈ। ਕਹਿੰਦਾ ਵਿਕਟਮਾਈਜ਼ਡ ਪੀਪਲ, ਵਿਕਟਮਾਈਜ਼ਡ ਜਿਹੜੇ ਪੀੜਤ,
ਜਿਹੜੇ ਬੱਚੇ ਪੀੜਤ ਹੁੰਦੇ ਨੇ, ਜਿਨ੍ਹਾਂ ਦੇ ਨਾਲ ਇਹ ਮਾੜਾ ਹੁੰਦਾ ਹੈਗਾ, ਆਰ ਮੋਰ ਲਾਈਕਲੀ ਟੂ ਐਕਸਪੀਰੀਅੰਸ ਡਿਫਿਕਲਟੀਜ਼ ਵਿਦ ਇੰਟਰਪਰਸਨਲ ਰਿਲੇਸ਼ਨਸ਼ਿਪਸ ਐਜ਼ ਅਡਲਟਸ। ਜਿਹੜੇ ਬੱਚਿਆਂ ਨਾਲ ਛੋਟੇ ਹੁੰਦੇ ਤੋਂ ਇੰਨਾ ਮਾੜਾ ਹੁੰਦਾ ਆ ਰਿਹਾ ਹੋਵੇ, ਜਦੋਂ ਉਹ ਵੱਡੇ ਹੁੰਦੇ ਨੇ ਨਾ ਤਾਂ ਉਹ ਕੋਈ ਵੀ ਰਿਲੇਸ਼ਨਸ਼ਿਪ ਨੂੰ ਚੰਗੇ ਤਰੀਕੇ ਨਾਲ ਨਿਭਾ ਨਹੀਂ ਸਕਦੇ, ਕਿਉਂਕਿ ਉਹ ਡਰਦੇ ਆ, ਉਹਨਾਂ ਨਾਲ ਸ਼ੁਰੂ ਤੋਂ ਇੰਨਾ ਬੁਰਾ ਹੋਇਆ ਹੋਏਗਾ। ਕਹਿੰਦਾ ਵਾਈਲ ਚਿਲਡਰਨ ਹੂ persistently bully are more likely to grow up to the physically violent। ਜਿਹੜੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਆਹ ਕੁਛ ਹੋਇਆ ਹੋਵੇ ਤਾਂ ਫਿਰ ਉਹ ਪਤਾ ਕੀ ਕਰਦੇ ਨੇ, ਉਹ ਆਪਣੇ ਆਪ ਨੂੰ ਫਿਜ਼ੀਕਲੀ ਵਾਇਲੈਂਟ ਬਣਾ ਲੈਂਦੇ ਨੇ। ਲੜਾਈ ਝਗੜੇ ਵਾਲੇ ਜਿਹੜੇ ਹੁੰਦੇ ਨਾ, ਬਦਮਾਸ਼ ਜਵਾਕ ਹੁੰਦੇ ਛੋਟੇ ਛੋਟੇ ਜਿਹੇ, ਉਹ ਬਣ ਜਾਂਦੇ ਹੁੰਦੇ ਆ। ਐਂਡ ਕਨਵਿਕਟਡ ਆਫ ਐਂਟੀ ਸੋਸ਼ਲ ਆਫੈਂਸਿਸ। ਤੇ ਫਿਰ ਕੀ ਹੁੰਦੇ ਨੇ, ਉਹ ਐਂਟੀ ਸੋਸ਼ਲ ਹੋ ਜਾਂਦੇ ਨੇ। ਮਤਲਬ ਬੜਾ ਸਾਫ਼ ਹੈ ਕਿ ਉਹਨਾਂ ਨੂੰ ਨਾ ਕੋਈ ਵਧੀਆ ਨਹੀਂ ਲੱਗਦਾ, ਸਾਰੀ ਸੁਸਾਇਟੀ ਉਹਨਾਂ ਨੂੰ ਬੁਰੀ ਲੱਗਦੀ ਹੈ। ਕਹਿਣ ਦਾ ਮਤਲਬ ਕੀ ਹੈ, ਬੁਲਿੰਗ ਇੱਕ ਅਨਪਲੇਜ਼ੈਂਟ ਹੈ। ਜਿਹੜੇ ਬੱਚੇ ਨਾਲ ਹੁੰਦੀ ਹੈ ਉਹ ਅਨਵਰਦੀ ਤੇ ਡਿਪਰੈਸ ਹੋ ਜਾਂਦੇ ਨੇਗੇ। ਤੇ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਬੁਲਿੰਗ ਦੇ ਵਿੱਚ ਸੁਸਾਈਡ ਵੀ ਕਰਿਆ ਗਿਆ ਬੱਚਿਆਂ ਦੁਆਰਾ, ਪਰ ਇਹ ਸ਼ੁਕਰ ਹੈ ਪ੍ਰਮਾਤਮਾ ਦਾ, ਵਾਹਿਗੁਰੂ ਦਾ, ਕਿ ਬਹੁਤ ਘੱਟ ਹੈਗਾ। ਤੇ ਜਿਹੜੇ ਬੱਚਿਆਂ ਨਾਲ ਬੁਲਿੰਗ ਹੁੰਦੀ ਹੈ ਉਹ ਵੱਡੇ ਹੋ ਕੇ ਕੋਈ ਚੰਗਾ ਰਿਲੇਸ਼ਨਸ਼ਿਪ ਨਹੀਂ ਬਣਾ ਸਕਦੇ। ਤੇ ਸਭ ਤੋਂ ਵੱਡੀ ਗੱਲ ਕੀ ਹੈ, ਉਹ ਬੱਚੇ ਨਾ ਜ਼ਿਆਦਾ ਵਾਇਲੈਂਟ ਪਸੰਦ ਕਰਦੇ ਨੇ। ਜਦੋਂ ਸ਼ੁਰੂ ਤੋਂ ਕਹਿੰਦੇ ਢੀਠ ਹੋ ਗਿਆ, ਇਹ ਬੱਚੇ ਢੀਠ ਹੋ ਜਾਂਦੇ ਨੇ, ਇਹਨਾਂ ਨੂੰ ਪਿਆਰ ਦੀ ਭਾਸ਼ਾ ਨਹੀਂ ਸਮਝ ਆਉਂਦੀ ਹੈਗੀ, ਲੜਾਈ ਝਗੜੇ ਕਰਦੇ ਨੇ। ਤੇ ਸਭ ਤੋਂ ਵੱਡੀ ਗੱਲ ਇਹ ਐਂਟੀ ਸੋਸ਼ਲ ਹੋ ਜਾਂਦੇ ਨੇ ਕਿ ਕਿਸੇ ਵੀ ਬੰਦੇ ਨਾਲ ਇਹਨਾਂ ਦਾ ਪਿਆਰ ਮੋਹ ਸਭ ਖਤਮ ਹੈ। ਦੈਟਸ ਓਕੇ। ਹੁਣ ਆਪਾਂ ਐਂਸਰ ਲਾਉਣ ਦੇ ਲਈ ਮੈਂ ਇੱਕ ਬੇਨਤੀ ਕਰਦਾ। ਦੇਖੋ, ਮੈਂ 5 ਗਰਲਸ ਨੂੰ ਪਹਿਲਾਂ स्टैंड अप करूँगा बड़े आराम ना, बिना बोले। 1 प्लीज़ ये, 2 मैम तुसी जी जी जी, 1 तुसी प्लीज़ स्टैंड अप 2 3 जी हाँ तुसी, 4th प्लीज़ तुसी, 5th मैम तुसी, ठीक है। 5 अपनी हो गया। समर जी तुसी 1, सरदार साहब 2, हेलो भाई जी 3, ब्रो 4, यस यस तुसी क्या, एंड 5th, ठीक है। चलो जी, मैं आंसर खोलदा। अपनी अपनी नोटबुक से प्लीज़ कोई ना बोलियो। 5 कुड़ियां अपना आंसर लिख लियो, 5 बॉयज़ अपना आंसर लिख लियो, तो मैंने नोटबुक दे दियो, फिर आप देखते हैं, ठीक है। बिना बोले तुहाडे कोले 30 सेकंड का टाइम है। योर टाइम स्टार्ट्स नाउ। तो सब तो वड्डी गल, बोल ना पईयो एक भी बच्चा। मैं तुहानूं एक गल दस देना, अपना ए आंसर नहीं आता। आवाज बंद, आवाज बंद। योर टाइम स्टार्ट्स नाउ। जे कोई भी बोलूगा अकेडमी चो बाहर कढ़ दूंगा मैं नाल दी नाल। 30 सेकेंड्स, आंसर लाओ, कम ऑन। गर्ल्स भी बॉयज भी, जिन्हां दे सब तो ज्यादा आंसर ठीक हो, विनर। कम ऑन, लिख लिया, लिख लो, बस दे दो, ठीक है, लिख लिया। कम ऑन, यू हैव नो टाइम, प्लीज कम ऑन। 2 3, कम ऑन, you don't have much time। 4 5, थैंक यू गर्ल्स, प्लीज। ये होगी गर्ल्स की नोटबुक। बॉयज प्लीज 1 2 3, समर जी प्लीज, कम ऑन या 4 एंड 5। ते सारे बच्चे दे दो भाई जी। वाह यो चॉकलेट्स आ गई नहीं, कम ऑन। लो जी, पहला बॉयज की गल करते हैं। पहले मुंडे का आंसर एक ठीक है, दूजे मुंडे का भी आंसर ठीक है, तीजे मुंडे का भी आंसर ठीक है, चौथे मुंडे का भी आंसर ठीक है, ते पंजवें मुंडे का भी आंसर ठीक है। ते चिंता ना करो, मैं कुड़ियां नूं दे देना, कई बार ना ऐ हुंदा ठीक है। हुण गर्ल्स का देखिए, पहली गर्ल का आंसर ठीक है, दूजी का भी ठीक है, तीजी का भी ठीक है, ये किहदी नोटबुक है जी? किथे आंसर तेरा है? किथे दसो, किथे है? आओ बाबू, एक केर लियो इनू। ਇਹਦਾ भी ठीक है। मतलब साफ है कि 5 ਦੇ 5 ਮੁੰਡਿਆਂ ਦੇ ਠੀਕ ਨੇ ਤੇ 4 ਕੁੜੀਆਂ ਦੇ ਠੀਕ ਨੇ। ਤਾਂ ਇਹ ਕੀ ਹੈ? ਐਕੂਰੇਟ ਆਨਸਰ। ਦੇਖੋ, ਮੈਂ ਸਾਰਿਆਂ ਨੂੰ ਬਲਵਾਉਂਦਾ ਨਹੀਂ ਹੈਗਾ। ਤੁਸੀਂ ਕੀ ਆਨਸਰ ਲਾਇਆ ਸੀ?
देखो जी ठीक है फर्स्ट लाया सी ते मैं तेन बहुत बहुत बधाइयां देना चाहना कि फर्स्ट आंसर नहीं हैगा मतलब तुसी अपनी टीम नूं हराता तुसी की लाया सी सिक्स्थ 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 क्यों जी 4 कुड़ियां ठीक पाई मैं बड़ा साऊ बंदा प्लीज बह जाओ आंसर सिक्स्थ 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 लो जी बॉयज दा सारियां दा सिक्स्थ आंसर सीगा ਤਾਂ ਕੁੜੀਆਂ ਦਾ ਸੀਗਾ ਜਿਹੜਾ ਉਹ ਵਿਚਾਰੀਆਂ ਭਗਤਨੀਆਂ ਦਾ ਫਿਫਥ ਤਾਂ ਮੈਂ ਇੱਕ ਬੜਾ ਦੇਖੋ ਇੰਨਾ ਦਿਆਲੂ ਬੰਦਾ ਮੈਂ ਆ ਫੜ ਪਹਿਲਾਂ ਤਾਂ ਇੱਕ ਮਿੱਤਰਾ ਥੈਂਕ ਯੂ ਸੋ ਮਚ ਇਹਨੂੰ ਖਾਈ ਨਾ ਭਾਵੇਂ ਜੜਾ ਲਈ ਘਰੇ ਲਓ ਜੀ ਸਮਰ ਜੀ ਇਹ ਪਿਆਰ ਹੈ ਕਲਾਸ ਦਾ ਥੈਂਕ ਯੂ ਬ੍ਰੋ ਯੂ ਆਰ ਵਿਨਰ ਤੇ ਸਭ ਤੋਂ ਵੱਡੀ ਗੱਲ ਹੈ ਮੈਂ ਇਹ ਨਹੀਂ ਚਾਹੁੰਦਾ ਵੀ ਇੱਕ ਬੱਚੇ ਕਰਕੇ ਬਾਕੀਆਂ ਦੇ ਮੂੰਹ 'ਚ ਪਾਣੀ ਰਹਿ ਜੇ ਤਾਂ ਮੈਂ ਜਿੰਨਾ 4 ਮੇਰੀਆਂ ਭੈਣਾਂ ਨੇ ਆਨਸਰ ਲਾਇਆ ਸੀ ਤਾਂ ਉਹਨਾਂ ਨੇ ਚਾਰਾਂ ਨੂੰ ਵੀ ਚਾਕਲੇਟ ਦੂਜੀ ਕਿੱਥੇ ਹੈ 1 या सेकंड थर्ड किथे है या प्लीज कैच इट या फोर्थ किथे है यस पर देखो रमन सर दिल दे बहुत चंगे ने चले ने पार्टिसिपेट तो करे चाहे लाख टीम हराती अले यक खुश रहे वेरी गुड हुण सारे नु ये पता लग गया भी पार्टिसिपेट करन दे भी चॉकलेट मिलदी है बैजो 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 थैंक यू सो मच पर चॉकलेट भावें सारे नु मिल गई पर विनर बॉयज ने देखो अग्री करना पऊगा ये गल नु हाँ मैं तू बड़ा साथ देना चलो जी अपने क्वेश्चन का आंसर की सीगा एक्यूरेट आंसर सिक्स्थ कहना द इफेक्ट ऑफ बुलिंग ऑन द चिल्ड्रन इनवॉल्वड ਉਹਨਾਂ ਬੱਚਿਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈਗਾ ਜਿਹੜੇ ਬੁਲਿੰਗ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਉਹਨੇ ਕਿਹਾ ਸੀ ਐਂਟੀ ਸੋਸ਼ਲ ਹੋ ਜਾਂਦੇ ਨੇ ਉਹਨੇ ਕਿਹਾ ਸੀ ਵੀ ਜਿਹੜੇ ਬੱਚੇ ਨੇ ਉਹ ਗੁੱਸੇ ਵਾਲੇ ਹੋ ਜਾਂਦੇ ਨੇ ਵਾਇਲੈਂਟ ਹੋ ਜਾਂਦੇ ਨੇ ਉਹਨੇ ਕਿਹਾ ਸੀ ਇਹ ਬੱਚੇ ਡਿਪਰੈਸ ਹੋ ਜਾਂਦੇ ਨੇ ਤਾਂ ਇਹਨਾਂ ਦੇ ਉੱਤੇ ਕੀ ਇਫੈਕਟ ਪਿਆ ਤਾਂ ਆਪਣਾ ਸਾਰਿਆਂ ਸਾਹਮਣੇ ਸੀਗਾ ਤੇ ਤੁਸੀਂ ਇਹ ਦੇਖ ਲਓ ਕਿ ਕੋਈ ਸਕੂਲ ਦੇ ਦੁਆਰਾ ਕੋਈ ਗੱਲ ਨਹੀਂ ਕਰੀ ਕੋਈ ਅਪਰੋਚ ਦੇ ਕੋਈ ਰਿਐਕਸ਼ਨ ਨਹੀਂ ਦਿੱਤਾ ਕਿ ਸਕੂਲ ਤੋਂ ਇਨਕੁਆਇਰੀ ਕਰੀ ਕੋਈ ਰੀਜ਼ਨ ਨਹੀਂ ਦਿੱਤਾ ਬੁਲਿੰਗ ਦਾ ਕਿਉਂ ਵੱਧ ਰਿਹਾ ਕੋਈ ਫੇਲਰ ਗਵਰਨਮੈਂਟ ਨਹੀਂ ਦਿੱਤਾ ਤੇ ਕੋਈ ਵੀਡੀਓ ਵਾਇਲੈਂਸ ਨਹੀਂ ਦਿੱਤਾ ਐਕੂਰੇਟ ਆਨਸਰ ਹੈਗਾ ਸਿਕਸਥ ਪੇਪਰ ਪਾਸ ਕਰਨ ਦਾ ਪਰ ਫਿਰ ਵੀ ਗੁੱਡ ਰੇਸ਼ੋ ਹੈ 10 ਬੱਚਿਆਂ ਚੋਂ 9 ਦਾ ਠੀਕ ਇਹ ਵੀ ਬਹੁਤ ਚੰਗੀ ਗੱਲ ਹੈ ਠੀਕ ਹੈ ਨਾ ਤਾਂ ਆਓ ਜਿਹਦਾ ਇੱਕ ਗਲਤ ਸੀਗਾ ਉਹਦਾ ਵੀ ਥੋੜਾ ਜਿਹਾ ਗਲਤ ਸੀ ਬਸ ਉਹਨੇ ਇੰਨਾ ਕੈਂ ਪਾਇਆ ਹੋਏਗਾ ਐਂ ਪਾਣਾ ਸੀ ਉਹ ਸੋ ਨਾਈਸ ਨਾ ਥੈਂਕ ਯੂ ਸੋ ਮਚ ਚਲੋ ਜੀ ਪੈਰਾਗ੍ਰਾਫ A ਹੋ ਗਿਆ ਪੈਰਾਗ੍ਰਾਫ B ਹੋ ਗਿਆ ਪੈਰਾਗ੍ਰਾਫ C ਕੌਣ ਲੱਭੂਗਾ C ਦਾ ਆਨਸਰ ਹੈ ਦੱਸੋ ਪਹਿਲਾਂ ਤਾਂ ਚਲੋ ਚੱਲ ਨਾ ਤੂੰ ਤੇ ਹੁਸ਼ਿਆਰ ਬਹੁਤ ਹੈ ਚੱਲ ਕੁੜੀਏ ਤੇ ਇਥੋਂ ਠੀਕ ਆ ਜੇ ਤੇਰਾ ਆਨਸਰ ਸਹੀ ਹੋਇਆ ਮੈਂ ਮੰਨ ਜੂਗਾ ਤੈਨੂੰ ਠੀਕ ਆ ਮੈਂ ਪੜਾਉਣਾ ਜੀ ਪੈਰਾਗ੍ਰਾਫ C ਤੇ ਸਾਰੇ ਗੌਰ ਰੱਖਿਓ ਕੋਈ ਪਤਾ ਨਹੀਂ ਕਿਹਦਾ ਨੰਬਰ ਲੱਗ ਜੀ ਦੇਖੋ ਜੀ ਕਹਿੰਦਾ until ਕਹਿੰਦਾ recently not much was known about the topic ਇਸ ਕਹਿੰਦਾ ਬੁਲਿੰਗ ਦੇ ਟੌਪਿਕ ਬਾਰੇ ਨਾ ਬਹੁਤਾ ਪਤਾ ਨਹੀਂ ਹੈਗਾ ਵੀ ਹੁੰਦੀ ਕੀ ਹੈ ਕੀ ਨਹੀਂ ਹੁੰਦੀ ਹੈ ਕਹਿੰਦਾ and little help was available to teacher to deal with bullying ਤੇ ਜਿਹੜੇ ਟੀਚਰ ਨੇ ਨਾ ਉਹਨਾਂ ਨੂੰ ਵੀ ਥੋੜਾ ਬਹੁਤਾ ਹੀ ਪਤਾ ਹੈ ਕਿ ਬੁਲਿੰਗ ਨੂੰ ਕਿਵੇਂ ਡੀਲ ਕਰਨਾ ਹੈ ਬੁਲਿੰਗ ਕੀ ਹੁੰਦੀ ਹੈ ਅੱਧਾ ਦਾ ਟੀਚਰਸ ਨੂੰ ਵੀ ਨਹੀਂ ਪਤਾ ਕਹਿੰਦਾ ਹਲੇ ਕਹਿੰਦਾ ਪਰਹੈਪਸ ਐਜ਼ ਅ ਕਨਸੀਕੁਐਂਸ ਜਿਹੜੇ ਸਕੂਲਸ ਨੇ ਨਾ ਵੁੱਡ ਆਫਨ ਡਿਨਾਈ ਦਾ ਪ੍ਰੋਬਲਮ ਡਿਨਾਈ ਹੁੰਦਾ ਮਨਾ ਕਰ ਦੇਣਾ ਕਹਿੰਦਾ ਜਿਹੜੇ ਸਕੂਲ ਨੇ ਨਾ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਵੀ ਤੁਹਾਡੇ ਸਕੂਲ 'ਚ ਬਦਮਾਸ਼ੀ ਹੁੰਦੀ ਹੈ ਮਨਾ ਕਰ ਦਿੰਦੇ ਨਾ ਜੀ ਨਾ ਸਾਡੇ ਤਾਂ ਜਵਾਕ ਪੂਰੇ ਭਗਤ ਨੇ ਨਾ ਜੀ ਨਾ ਉਹ ਕਿ ਡਿਨਾਈ ਕਰਨਾ ਮਨਾ ਕਰਨਾ ਠੀਕ ਹੈ ਜਿਹੜਾ ਸਕੂਲ ਹੈ ਨਾ ਉਹ ਡਿਨਾਈ ਕਰ ਦਿੰਦਾ ਹੈ ਕਹਿੰਦਾ देयर इज नो बुलिंग ਐਟ ਦਿਸ ਸਕੂਲ ਹਮੇਸ਼ਾ ਇੱਕ ਗੱਲ ਕਹਿੰਦਾ ਹੈ देयर इज नो बुलिंग ਕੋਈ ਬੁਲਿੰਗ ਨਹੀਂ ਕੋਈ ਬਦਮਾਸ਼ੀ ਨਹੀਂ ਸਾਡੇ ਸਕੂਲ ਦੇ ਵਿੱਚ has been a common refrain almost certainly untrue ਤੇ ਇਹ ਗੱਲ ਤਾਂ ਅਨਟਰੂ ਹੈ ਸੱਚੀ ਨਹੀਂ ਹੈਗੀ ਹਰੇਕ ਸਕੂਲ 'ਚ ਕੋਈ ਨਾ ਕੋਈ ਦਾਦਾਗਿਰੀ ਵਾਲਾ ਭਾਈ ਤਾਂ ਹੁੰਦਾ ਹੀ ਹੈ ਹੁੰਦੇ ਨਾ ਜਵਾਕ ਜਿਹਦੇ ਕੋਲ ਨਿੱਕਰ ਜੀ ਸੈੱਟ ਕਰਦੇ ਤੂੰ ਆਈ ਬਾਹਰ ਤੈਨੂੰ ਫੇਰ ਦੇਖਾਂਗੇ ਬੁਲਾ ਲਈ ਜਿਹਨੂੰ ਬੁਲਾਣਾ ਬੁਲਾ ਲਈ ਲਫਲਾਂ ਵਾਲੇ ਬੰਦੇ ਆਣਗੇ ਉਹਨੂੰ ਲਫਲਾਂ ਵੀ ਨਹੀਂ ਬੋਲਣੀ ਉਹਨੇ ਫਿਰ ਵੀ ਬਦਮਾਸ਼ੀ ਹੁੰਦੀ ਉਹਨਾਂ ਦੀ ਤਾਂ ਕਹਿੰਦਾ ਵੀ ਜਿਹੜਾ ਸਕੂਲ ਹੈ ਨਾ ਉਹ ਹਮੇਸ਼ਾ ਇਹ ਗੱਲ ਕਹਿੰਦਾ ਹੈਗਾ ਵੀ ਸਾਡੇ ਬੱਚੇ ਆ ਕੰਮ ਤਾਂ ਕਰਦੇ ਨਹੀਂ ਬੁਲਿੰਗ ਕਰਦੇ ਨਹੀਂ ਕਹਿੰਦਾ ਇਹ ਸਾਰੀ ਚੀਜ਼ ਕੀ ਹੈ ਅਨਟਰੂ ਹੈ ਕਹਿੰਦਾ ਫੋਰਚੂਨੇਟਲੀ ਕਿਸਮਤ ਨਾਲ ਕਹਿੰਦਾ ਮੋਰ ਸਕੂਲਸ ਆਰ ਨਾਓ ਸੇਇੰਗ ਬਹੁਤ ਸਾਰੇ ਸਕੂਲ ਅੱਜ ਕੱਲ੍ਹ ਪਤਾ ਕੀ ਕਹਿੰਦੇ ਨੇ
देयर इज नॉट मच बुलिंग हेयर। चल शुक्र है, कहना स्कूल आ गल तां कहण लगे भी साडे स्कूल च ना ज़्यादा नहीं हैगी। कई तो स्कूल पहले तो जमी मुक्कर जाते सी भी साडे स्कूल तो पूरा बदमाशी नहीं हैगी। कहना हुण स्कूल पता की कहंदे ने, ज़्यादा बुलिंग नहीं हैगी बट पर वैन इट अकर्स, जदों ये हो जे वी हैव अ क्लीयर पॉलिसी फॉर डीलिंग विद इट। तो चिंता ना करो, तुसी अपने बच्चे की एडमिशन साडे स्कूल च कराओ। साडे स्कूल च ज़्यादा बुलिंग नहीं हैगी, पर फिर भी जे कोई बच्चा कर देगा तो चिंता ना करो, साडे कोल क्लीयर पॉलिसी है, भावें असीं बच्चे नूं रेस्टिगेट कर दईए। मतलब इहने की कहा, सब तो पहली चीज़ क्या कि जिहड़ा बुलिंग है वो हाले टीचर्स नूं भी नहीं पता किवें डील करना हैगा। तो इन्हें क्या कहना, बहुत सारे स्कूल की करते हैं वो तो सीधा ही मना कर देंगे भी साडे स्कूल च नहीं बदमाशी। पर कहना शुक्र है हुण कोई स्कूल पता की कहण लगे भी साडे च घट है, तो जे कोई करदा है तो असीं उहनूं बाहर कढ देने, साडे कोल पॉलिसी बनी हुई है। लो जी आराम नाल आओ, देखिए एंसर वाल नूं निगाह मारिए, बिना बोले ताई तो पेपर क्लीयर करना है, जय जयकार कर देनी है, पा देना जहाज की वारी नूं हत्थ तुहाडा। देखो जी ना, ये बोलिए ना प्लीज, आराम नाल देखो, रीड करो, सैटिस्फैक्शन देखो अपनी, कोई ना देखो देखो हाले खड़ जाए, कोई ना काली ना करो, आराम नाल देखो। मिलिया पुत्र, वेरी गुड सरदार जी। देखो जाना है कनेडा। देखो रोल ऑफ वीडियो वायलेंस ना मनते हो, गल तो नहीं हैगा। फेलर ऑफ गवर्नमेंट की कोई पॉलिसी की गल नहीं करी, ठीक है। कहता रीजन दिते हुण फॉर द इनक्रीज्ड रेट ऑफ बुलिंग ना। डेवलपमेंट दैट हैव लेड न्यू अप्रोच बाय स्कूल, स्कूल ने कोई नवी अप्रोच ना। तो एक बचिया की आ, कहता रिएक्शन फ्रॉम स्कूल्स टू इनक्वायर अबाउट बुलिंग। स्कूल दा की रिएक्शन हुंदा है जदों असीं उन्हां तो बुलिंग दे बारे पुछदे हां। तो एक्यूरेट आंसर है 5th। अग्री कर दोगे? तुसीं ये देखो कि मेरे पढ़ाउण दा तरीका की है, मैं पैराग्राफ पढ़ाउणा ते पैराग्राफ चों आपां आंसर कढ लैणे, गल खत्म। लिस्ट ऑफ हैडिंग पेपर दे विच एवें ही करने पैणगे, इस तो वध कुछ नहीं। लास्ट क्वेश्चन हैगा, लास्ट क्वेश्चन आ रहा डी। कहना 3 फैक्टर्स आर इनवॉल्वड इन दिस चेंज। मेनली 3 फैक्टर ने जिहड़े इस चीज नूं कहंदा चेंज करदे ने। 3 फैक्टर किहड़े ने, आओ आपां उन्हां 3 फैक्टर्स नूं प्रॉपरली देख दिआंगे। कहना फर्स्ट is an awareness of the severity of the problem। पहली चीज की है कि जिहड़ी इन्हां ने की दित्ती हुई आ प्रॉब्लम नूं सॉल्व करने दे लई, बुलिंग नूं सॉल्व करने दे लई इन्हां ने डेयर कीते आ 3 चेंजेस लई। पहला की है अवेयरनेस, लोकां नूं अवेयर किया जा रहा है। सैकेंड a number of resources to help tackle bullying have become available in Britain। पहले नंबर ते की करता उन्होंने चेंज की अवेयरनेस, जिन्ने बच्चे बैठे ने सारे नूं अवेयर करया भी बुलिंग माड़ी चीज है, नहीं करनी चाहिए, बला बला जो मर्जी। दूजा उन्होंने की किया, बड़े नवे रिसोर्स आ गए इनू टैकल करने दे कि बुलिंग नूं किवें टैकल करनेगा। फॉर एग्जाम्पल कहना स्कॉटिश काउंसिल ऑफ रिसर्च इन एजुकेशन, इन्होंने एक पैकेज मटीरियल एक्शन अगेंस्ट बुलिंग है उन्होंने बनाया, इंग्लैंड के स्कूलों के विच दिता। मतलब बच्चों नूं ना किताबां दित्तियां कि तुसी किवें इनू सॉल्व करना है, बुलिंग नूं किवें बदमाशी तो बचना हैगा, जो भी आ। कहना as well as Scotland in summer 1992 with the second pack supporting school against bullying। मतलब इन्होंने ना चीज़ां किताबां बना के दित्तियां स्कूल ने कि बच्चे ने जिहड़े वो किवें बच के रहणगे। उस तो बाद इन आयरलैंड की हुंदा, कहना गाइडलाइन दित्तियां प्राइमरी स्कूल दे विच। थर्ड हुण आपां नूं तीजा देखो की है, कहना देयर इज एविडेंस दैट दीज मटीरियल्स वर्क एंड दैट स्कूल्स कैन अचीव समथिंग। एक नवा मटीरियल बच्चों को देण लग गया स्कूल भी बच्चे अपने आप नूं बुलिंग तो किवें बचाउणगे। कहना दिस कम्स फ्रॉम केयरफुली कंडक्टेड बिफोर एंड आफ्टर इवैल्यूएशन ऑफ इंटरवेंटेशन इन स्कूल्स मॉनिटर्ड बाय रिसर्च टीम। एक रिसर्च टीम ने पूरी तरीके नाल रिसर्च करया ते बच्चों को 3 चीज़ां प्रोवाइड करियां कि तुसी बुलिंग नूं किवें बचोगे। नॉर्वे दे विच की हुंदा, जिहड़ा एक कैंपेन चलाई गई, इंट्रोड्यूस करी गई नैशनली, 42 स्कूल ने सजैसट करे गए,
over a 2-year period bullying was halved, HALVD, ਹਾਫ ਹੁੰਦਾ ਹਾਫ ਰਹਿ ਜਾਣਾ, ਅੱਧਾ ਰਹਿ ਜਾਣਾ। ਆਇਰਲੈਂਡ ਦੇ ਵਿੱਚ ਦੇਖਿਆ ਗਿਆ, ਉਹਨਾਂ ਨੇ 2 ਸਾਲ ਤੱਕ ਇਹ ਸਿਸਟਮ ਨੂੰ ਚਲਾਇਆ ਤੇ ਬੁਲਿੰਗ ਅੱਧੀ ਰਹਿ ਗਈ। ਫਿਰ ਮੇਨ ਚੀਜ਼ ਕੀ ਹੈ, ਪ੍ਰਾਇਮਰੀ ਸਕੂਲਾਂ ਤੇ ਸੈਕੰਡਰੀ ਸਕੂਲਾਂ 'ਚ ਇਹਨੂੰ ਅਪਲਾਈ ਕੀਤਾ ਗਿਆ ਤੇ ਇਹ ਸਕਸੀਡ ਹੋ ਗਿਆ ਰਿਡਿਊਸਿੰਗ ਬੁਲਿੰਗ। ਮਤਲਬ ਕੀ ਹੋ ਗਿਆ ਕਿ ਇਹਨਾਂ ਨੇ 3 ਚੀਜ਼ਾਂ ਨੂੰ ਅਪਲਾਈ ਕੀਤਾ, ਸਾਰੇ ਪਾਸੇ ਟਰਾਈ ਕੀਤਾ ਤੇ ਬੁਲਿੰਗ ਹੈ ਜਿਹੜੀ ਉਹ ਅੱਧੀ ਰਹਿਣੀ ਸ਼ੁਰੂ ਹੋ ਗਈ। ਸਕੂਲ ਨੇ ਨਵੀਆਂ ਚੀਜ਼ਾਂ ਨੂੰ ਬੱਚਿਆਂ ਤੱਕ ਲੈ ਕੇ ਗਏ ਕਿ ਇਹਨੂੰ ਆਪਾਂ ਕਿਸ ਤਰੀਕੇ ਨਾਲ ਆਪਾਂ ਠੀਕ ਕਰਾਂਗੇ। ਤੁਸੀਂ ਆਰਾਮ ਨਾਲ ਦੇਖੋ, ਆਪਣੇ ਕੋਲੇ ਪਹਿਲਾਂ ਆਲਰੇਡੀ 3 ਤਾਂ ਹੋ ਗਏ ਆਪਣੇ। 3 ਕਿਹੜੇ ਤੁਸੀਂ ਦੇਖੋ, 4th ਵੀ ਨਹੀਂ ਆਂਦਾ, 5th ਵੀ ਨਹੀਂ ਆਂਦਾ, 6th ਵੀ ਨਹੀਂ ਆਉਂਦਾ। ਠੀਕ ਹੈ, ਰੋਲ ਆਫ ਵੀਡੀਓ ਵਾਇਲੈਂਸ ਨਾ, ਕੋਈ ਗਵਰਨਮੈਂਟ ਦੀ ਗੱਲ ਵੀ ਨਹੀਂ ਕਰੀ, ਇਹ ਇਨਕਰੀਜ਼ ਹੋ ਗਈ, ਸਗੋਂ ਤਾਂ ਡਿਕਰੀਜ਼ ਹੋਈ ਹੈ, ਘਟਾਈ ਹੈ। ਬਚਿਆ ਇੱਕ ਲਾਸਟ ਕੀ ਸੀਗਾ, ਕਹਿੰਦਾ ਡਿਵੈਲਪਮੈਂਟ ਦੈਟ ਹੈਵ ਲੈਡ ਟੂ ਨਿਊ ਅਪਰੋਚ ਬਾਏ ਸਕੂਲ, ਸਕੂਲ ਦੁਆਰਾ ਨਵੀਂ ਅਪਰੋਚ ਕੀਤੀ ਗਈ ਹੈ। ਤੁਹਾਨੂੰ ਪਤਾ ਹੈ ਨਾ, ਸਕੂਲ ਨੇ 3 ਅਪਰੋਚਿਸ ਕੀਤੀਆਂ ਸੀਗੀਆਂ ਤੇ ਲਾਸਟ ਹੈ ਕਿ ਜਿਹੜੀ ਬੁਲਿੰਗ ਹੈ ਉਹ ਘਟ ਗਈ। ਹੁਣ ਬਹੁਤ ਸੌਖੇ ਤਰੀਕੇ ਨਾਲ ਹਰ ਬੱਚੇ ਨੂੰ ਇਹ ਪਤਾ ਹੋਵੇ ਕਿ ਆਪਣੇ ਜਿਹੜੇ ਆਨਸਰਸ ਨੇ ਉਹ ਕਿਵੇਂ ਨਿਕਲਿਆ। ਮਤਲਬ ਜਿਹੜਾ ਸੈਕਸ਼ਨ A ਸੀਗਾ ਉਹਦਾ ਆਨਸਰ ਸੀਗਾ 4th 1 ਐਵੇਂ, ਅਗਲੇ ਦਾ ਆਨਸਰ ਸੀ 6th ਐਵੇਂ, ਅਗਲੇ ਦਾ ਆਨਸਰ ਸੀ 5th, ਅਗਲੇ ਆਨਸਰ ਸੀ 7th। ਮਤਲਬ ਟੋਟਲ ਜਿਹੜੇ ਆਪਣੇ ਆਨਸਰ ਐਵੇਂ ਨੇ 1 2 3। ਇਹ ਕੀ ਨੇ, ਇਹ ਖਾਲੀ ਗਏ। ਟੋਟਲ ਕੀ ਸੀ, 4 ਕੁਐਸਚਨ ਸੀਗੇ, 7 ਆਪਸ਼ਨ ਸੀ, 4 ਨਾਲ 4 ਆਪਸ਼ਨ ਆ ਗਏ, 3 ਆਪਸ਼ਨ ਐਕਸਟਰਾ ਨਿਕਲ ਗਏ। ਇਹਨੂੰ ਕਹਿੰਦੇ ਆ ਲਿਸਟ ਆਫ ਹੈਡਿੰਗ। ਕਰਨਾ ਕੀ ਹੈ, ਪੈਰਾਗ੍ਰਾਫ ਪੜ੍ਹਨੇ, ਆਨਸਰ ਤੇ ਜਾਣੇ ਤੇ ਸਾਰੇ ਆਨਸਰ ਨੂੰ ਕਟਿੰਗ ਕਰਨੀ ਹੈ। ਇਹ ਵੀ ਨਹੀਂ ਗੱਲ ਕਰੀ, ਇਹ ਵੀ ਨਹੀਂ ਗੱਲ ਕਰੀ, ਜਿਹੜੀ ਗੱਲ ਕਰੀ ਹੋਈ ਤੁਹਾਡੇ ਦਿਮਾਗ 'ਚ ਘੰਟੀ ਵੱਜੂਗੀ, ਇਹਨੂੰ ਪੇਪਰ ਕਲੀਅਰ ਕਰਨਾ ਕਹਿੰਦੇ ਨੇਗੇ। ਤੁੱਕਾ ਨਾ ਮਾਰਿਓ, ਇੱਕ ਗਲਤ ਗਿਆ ਤਾਂ 2 ਗਲਤ ਜਾਣਗੇ। ਤਾਂ ਮੈਂ ਬੇਨਤੀ ਕਰਦਾ ਕਿ ਆਪਾਂ ਨੂੰ ਕੁਛ ਤਾਂ ਪਤਾ ਲੱਗਿਆ ਹੋਣਾ ਕਿ ਕਿਸ ਤਰੀਕੇ ਨਾਲ ਆਪਾਂ ਨੇ ਕੀਤਾ। ਤੁਹਾਡੇ 'ਚੋਂ ਕੋਈ ਵੀ ਬੱਚਾ ਆਪਣੇ ਰਿਵਿਊ ਦੇਣਾ ਚਾਹੁੰਦਾ ਹੋਵੇ, ਆ ਰਿਹਾ ਮਾਈਕ, ਤੁਹਾਡੇ 'ਚੋਂ ਕੋਈ ਵੀ ਬੱਚਾ ਜਿਹੜਾ ਬੋਲਣਾ ਚਾਹੁੰਦਾ ਹੋਵੇ, ਹੈ ਕੋਈ ਰੇਜ਼ ਹੈਂਡ ਕਰੇ, ਚਾਹੇ ਬॉयਜ਼ ਚਾਹੇ ਗਰਲਜ਼। ਤੁਸੀਂ ਬਹੁਤ ਦੂਰ ਤੱਕ ਦੇਖੇ ਜਾਓਗੇ ਜੇ ਤੁਹਾਡੇ 'ਚ ਕੌਨਫੀਡੈਂਸ ਹੈਗਾ। ਕਲਾਸ ਕਿਵੇਂ ਰਿਹਾ, ਚੰਗਾ ਮਾੜਾ ਜੋ ਮਰਜੀ ਕੋਈ ਵੀ ਬੋਲ ਸਕਦਾ ਹੈ। ਮੈਂ 3 ਗਿਣੂੰਗਾ, ਚਾਹੇ ਬॉयਜ਼ ਚਾਹੇ ਗਰਲਜ਼, ਕੋਈ ਬੋਲਣਾ ਚਾਹੁੰਦਾ ਹੋਵੇ। 1 2 3। ਕੌਣ? ਸ਼ਾਬਾਸ਼, ਕੀ ਬਾਤ ਹੈ। ਤੁਸੀਂ ਇੱਕ ਚੀਜ਼ ਦੇਖੋ, ਪਹਿਲਾਂ ਤਾਂ ਇਹਦੇ ਨਾਮ ਤੇ ਕਲੈਪ ਮੈਂ ਕਰੂੰਗਾ, ਤੁਸੀਂ ਕਰੋ ਨਾ ਕਰੋ। ਦਿਸ ਇਜ਼ ਕਾਲਡ ਦ ਬਿਗੇਸਟ ਰੀਜ਼ਨ, ਕਿਉਂਕਿ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਜੇ ਕੌਨਫੀਡੈਂਸ ਨਹੀਂ ਆਪਾਂ ਜ਼ੀਰੋ ਆ। ਆਪਣੇ 'ਚ ਇਹ ਜ਼ਰੂਰਤ ਵੀ ਨਹੀਂ ਹੈਗੀ ਕਿ ਅਸੀਂ ਆਪਣਾ ਹੱਥ ਖੜਾ ਕਰਕੇ ਬੋਲ ਸਕੀਏ। ਤੁਸੀਂ ਸਭ ਤੋਂ ਵੱਡੀ ਗੱਲ ਹੈ, ਚੱਲ ਮਿੱਤਰਾ ਜੋ ਦਿਲ ਕਰਦਾ ਉੱਚੀ ਬੋਲ। ਜਿਹੜੀ ਅੱਜ ਦੀ ਕਲਾਸ ਹੈ ਮੈਨੂੰ ਬਹੁਤ ਵਧੀਆ ਲੱਗੀ, ਰਮਨ ਸਰ ਦੀ। ਇਹਨਾਂ ਦਾ ਪੜ੍ਹਾਉਣ ਦਾ ਵੇ ਬਹੁਤ ਵਧੀਆ ਲੱਗਾ, ਕਿਉਂਕਿ ਇਹਨਾਂ ਨੇ ਕੱਲੀ ਚੀਜ਼ ਬਾਰੇ ਦੱਸਿਆ ਇਹਦੇ ਵਿੱਚ। ਮੈਂ ਜਿਹੜੀ ਕਲਾਸ ਅਟੈਂਡ ਕਰਕੇ ਬਹੁਤ ਖੁਸ਼ ਹੈਗਾ, ਕਿਉਂਕਿ ਇਹਦੇ ਵਿੱਚ ਸਰ ਤੋਂ ਪਹਿਲਾਂ ਹੀ ਮੈਨੂੰ ਇਹਦੇ ਵਿੱਚ ਆਨਸਰ ਪਹਿਲਾਂ ਹੀ ਪਤਾ ਲੱਗ ਗਏ ਸੀ ਕੀ ਹੈਗੇ ਇਹਦੇ। ਕਿਉਂ ਸਰ ਨੇ ਜੋ ਪੈਸੇ ਪੜਾਇਆ ਉਸ ਤੋਂ ਬਾਅਦ ਮੈਨੂੰ ਇਹਦੇ ਆਨਸਰ ਪਤਾ ਲੱਗ ਗਏ ਸੀ ਕਿਹੜੇ ਇਹਨਾਂ ਵਿੱਚ ਆਨਸਰ ਹੈਗੇ ਆ। ਪੇਪਰ ਕਲੀਅਰ ਕਰੇਗਾ? ਯੈਸ ਸਰ। ਕਰ ਥੰਬਸ ਅਪ ਸਾਰਿਆਂ। ਮੇਰੇ ਵੱਲੋਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਰਮਨ ਸਰ ਦੀ ਕਲਾਸਾਂ ਜ਼ਰੂਰ ਲਾਓ, ਇੱਕ ਵਾਰ ਵੀਡੀਓ ਇਹਨਾਂ ਦੀ ਜ਼ਰੂਰ ਵਾਚ ਕਰੋ। ਕੀ ਬਾਤ ਹੈ, ਰਿਵਿਊ ਤੋਂ ਵਾਲਾ ਵੀਡੀਓ ਹੈ। ਥੈਂਕ ਯੂ ਸੋ ਮਚ, ਕਲੈਪ ਫॉर ਇਟ, ਵੈਰੀ ਗੁੱਡ। ਵੀਡੀਓ ਚੰਗਾ ਲੱਗਿਆ ਮਾੜਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ।